ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਿੰਦੀ ਮਰਜਾਣੀ ਤੇ ਲੈ ਕੇ ਹਾਜ਼ਰ ਹੋ ਗਈ ਹਾਂ ਦੋਸਤੋ ਅੱਜ ਇੱਕ ਖਾਸ ਪ੍ਰੋਗਰਾਮ ਤੇ ਜਿਨ੍ਹਾਂ ਦੇ ਵਿੱਚ ਅੱਜ ਆਪਾਂ ਇੰਟਰੋਡਿਊਸ ਕਰਾਣੇ ਆ ਆਪਣੇ ਸੁਖਦੇਵ ਚੌਧਰੀ ਜੀ ਨੂੰ। ਤੇ ਆਪਾਂ ਨੂੰ ਪਤਾ ਕਿ ਸੁਖਦੇਵ ਚੌਧਰੀ ਜੀ ਦੇ ਨਾਲ ਆਪਾਂ ਤੁਹਾਡੇ ਨੂੰ ਬਹੁਤ ਵਾਰੀ ਰੂਬਰੂ ਕਰਾ ਚੁੱਕੇ ਹਾਂ। ਮੇਨ ਮੁੱਦੇ ਜਿਹੜੇ ਹੁੰਦੇ ਆ ਜ਼ੀਰਕਪੁਰ ਦੇ ਜਾਂ ਡੇਰਾਬੱਸੀ ਹਲਕੇ ਦੇ ਤੇ ਨਾਲ ਦੇ ਨਾਲ ਆਪਾਂ ਕਹਿ ਲਈਏ ਕਿ ਪੂਰੇ ਪੰਜਾਬ ਦੇ ਜਿਹੜੀਆਂ ਪ੍ਰੋਬਲਮਸ ਹੈਗੀਆਂ ਆ ਉਹਨਾਂ ਨੂੰ ਸਾਡੇ ਸੁਖਦੇਵ ਚੌਧਰੀ ਜੀ ਬਹੁਤ ਹੀ ਟੈਕਲ ਕਰ ਰਹੇ ਆ ਆਪਣੀ NGO ਦੇ ਥਰੂ। ਤੇ ਅੱਜ ਇੱਕ ਖਾਸ ਪ੍ਰੋਗਰਾਮ ਲੈ ਕੇ ਆਪ ਜੀ ਦੇ ਨਾਲ ਖਾਸ ਮਹਿਮਾਨਾਂ ਦੇ ਨਾਲ ਹਾਜ਼ਰ ਹੋਏ ਆ। ਤੇ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਚੌਧਰੀ ਸਾਹਿਬ ਦਾ। ਚੌਧਰੀ ਸਾਹਿਬ ਧੰਨਵਾਦ ਤੇ ਜੀ ਆਇਆਂ ਨੂੰ। ਅੱਜ ਜਿਹੜੀ ਆਪਣੀ ਖਾਸ ਮੁਲਾਕਾਤ ਹੋ ਰਹੀ ਆ ਉਹਦੇ ਵਿੱਚ ਖਾਸ ਸ਼ਖਸੀਅਤ ਬੈਠੀਆਂ ਆ। ਪਹਿਲਾਂ ਤੁਸੀਂ ਇਹਨਾਂ ਦੀ ਇੰਟਰੋਡਕਸ਼ਨ ਕਰਾਵੋ ਤੇ ਅੱਜ ਜਿਹੜਾ ਖਾਸ ਮੁੱਦਾ ਆ ਉਹਦੇ ਬਾਰੇ ਸਾਡੇ ਦੋਸਤਾਂ ਨੂੰ ਕਰੋ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਤੁਹਾਡਾ ਕਰਨਾ ਚਾਹੁੰਦਾ ਕਿ ਤੁਸੀਂ ਇਸ ਚੀਜ਼ ਨੂੰ ਇੰਨਾ ਜਿਹੜੀ ਸਾਡੀ ਆਵਾਜ਼ ਹੈ ਉਹਨੂੰ ਅੱਗੇ ਚੱਕ ਰਹੇ ਹੋ। ਔਰ ਸਾਡੇ ਨਾਲ ਅੱਜ ਜੋ ਹਸਤੀਆਂ ਅਸੀਂ ਜੋ ਬੁਲਾਈਆਂ ਨੇ ਇਹ ਰਿਟਾਇਰ ਨੇ ਪੰਜਾਬ ਦੇ 2 ਡਿਪਾਰਟਮੈਂਟਾਂ ਤੋਂ। ਇਹ ਜਿਹੜੇ ਰੈਵਨਿਊ ਡਿਪਾਰਟਮੈਂਟ ਤੋਂ ਨੇ ਰਿਟਾਇਰ DRO ਨੇ ਸਤਿੰਦਰ ਖੇੜਾ ਜੀ। ਇਹ ਨਾਲ ਸਾਡੇ JP ਸਿੰਗਲਾ ਜੀ ਨੇ, ਇਹ ਵੀ ਰਿਟਾਇਰ ਨੇ। ਔਰ ਇਹ ਐਡੀਸ਼ਨਲ ਡਾਇਰੈਕਟਰ ਦੀ ਪੋਸਟ 'ਤੇ ਸੀ ਪੰਚਾਇਤ ਡਿਪਾਰਟਮੈਂਟ 'ਚੋਂ। ਅਸੀਂ ਇਹਨਾਂ ਨੂੰ ਇੱਕ ਬੇਨਤੀ, ਸਾਨੂੰ ਪਤਾ ਲੱਗਿਆ ਸੀ ਕਿ ਵੀ ਇਹ ਵੀ ਇੱਕ ਸੋਸ਼ਲ ਐਕਟਿਵਿਸਟ ਔਰ ਬੜੇ ਨਿਤੜਕ ਜਿਵੇਂ ਅਸੀਂ ਕੰਮ ਕਰ ਰਹੇ ਹਾਂ ਇਸ ਤਰੀਕੇ ਨਾਲ ਕੰਮ ਕਰ ਰਹੇ ਸੀ। ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਵੀ ਸਾਡਾ ਸਾਥ ਦਿਓ। ਔਰ ਅਸੀਂ ਖਾਸ ਤੌਰ 'ਤੇ ਜੋ ਅਸੀਂ ਰੇਰਾ 'ਤੇ ਕੰਮ ਕਰ ਰਹੇ ਸੀ, ਜਦੋਂ ਇਹਨਾਂ ਨੂੰ ਪਤਾ ਲੱਗਿਆ ਰੇਰਾ 'ਤੇ, ਕਹਿੰਦੇ ਕੋਈ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ। ਔਰ ਸਾਡੇ ਕੋਲ ਬਹੁਤ ਕੁਛ, ਅਸੀਂ ਕਾਫੀ ਕੰਮ ਕੀਤਾ। ਇਹਨਾਂ ਨੇ ਰੇਰਾ ਦਾ ਸਾਡੇ ਤੋਂ ਵੀ ਵੱਧ ਕੰਮ ਕੀਤਾ ਹੋਇਆ ਹੈ। ਔਰ ਇਹਨਾਂ ਨੂੰ ਅੰਦਰ ਤੱਕ ਦਾ ਵੀ ਪਤਾ ਕਿਉਂਕਿ ਇਹ ਡਿਪਾਰਟਮੈਂਟ 'ਚ ਰਹੇ ਨੇ। ਖੇੜਾ ਸਾਹਿਬ ਰੈਵਨਿਊ ਡਿਪਾਰਟਮੈਂਟ 'ਚ ਰਹੇ ਨੇ, ਇਹ ਪੰਚਾਇਤ ਡਿਪਾਰਟਮੈਂਟ 'ਚ ਰਹੇ ਨੇ, ਤਾਂ ਇਹਨਾਂ ਨੂੰ ਬਹੁਤ ਕੁਛ ਨੌਲੇਜ ਇਸ ਗੱਲ ਦੀ। ਤੇ ਮੈਂ ਅੱਜ ਸਪੈਸ਼ਲ ਜ਼ਿਆਦਾ ਟਾਈਮ ਨਹੀਂ ਲੈਂਦਾ ਹੋਇਆ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਇਹਨਾਂ ਨਾਲ ਹੀ ਆਪਾਂ ਰੂਬਰੂ ਹੋਈ ਅੱਜ ਸਿੰਗਲਾ ਜੀ ਨਾਲ। ਸਾਰੀ ਇਹਨਾਂ ਤੋਂ ਆਪਾਂ ਅੱਜ ਗੱਲ ਸੁਣੀਏ ਰੇਰਾ 'ਚ ਕਿਸ ਤਰੀਕੇ ਦੇ ਕੰਮ ਚੱਲ ਰਹੇ। ਤੇ ਸਿੰਗਲਾ ਜੀ ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ। ਰੇਰਾ ਨੂੰ ਬਣੀ ਨੂੰ 2016 ਦੀ ਮੇਰੇ ਖਿਆਲ ਬਣੀ ਹੋਈ ਆ। ਤੇ ਥੋੜਾ ਜਿਹਾ ਚਾਨਣਾ ਪਾਵੋ ਕਿ ਰੇਰਾ ਹੈ ਕੀ ਆ। ਪਹਿਲਾਂ ਤਾਂ ਪਬਲਿਕ ਜਿਹੜੀ ਆਮ ਪਬਲਿਕ ਹੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਵੀ ਰੇਰਾ ਐਗਜ਼ਿਸਟਿੰਗ ਵਿੱਚ ਹੈਗੀ ਆ ਕਿ ਨਹੀਂ ਹੈਗੀ। ਮੈਡਮ ਤੁਸੀਂ ਬਹੁਤ ਵਧੀਆ ਸਵਾਲ ਉਠਾਇਆ। ਇਸ ਐਕਟ ਰੇਰਾ ਐਕਟ 2016 ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਦੀ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ 1995 ਲਾਗੂ ਸੀ, ਜਿਹਦੇ ਤਹਿਤ ਜੇ ਕੋਈ ਡਿਵੈਲਪਰ ਨੇ ਕਲੋਨੀ ਕੱਟਣੀ ਹੈ ਤਾਂ ਉਹਦੇ ਤਹਿਤ ਪੁੱਡਾ ਤੋਂ ਆਪਣਾ ਲਾਇਸੈਂਸ ਲੈਣਾ ਹੁੰਦਾ ਸੀ। ਪਰ ਉਸ ਐਕਟ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ। ਮਹਿਕਮੇ ਦੇ ਅਫਸਰਾਂ ਦੇ ਨਾਲ ਮਿਲੀ ਭੁਗਤ ਕਰਕੇ ਲੋਕਾਂ ਨੇ ਨਜਾਇਜ਼ ਕਲੋਨੀਆਂ ਕੱਟੀਆਂ। ਦੇ ਬਾਅਦ ਦੇ ਵਿੱਚ ਉਹਨਾਂ ਕਲੋਨੀਆਂ ਨੂੰ ਰੈਗੂਲਰਾਈਜ਼ ਕਰਨ ਦਾ ਬਿੱਲ ਲਿਆ ਕੇ ਇੱਕ ਰੈਗੂਲਰ ਕਰਨ ਦੀ, ਨਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਬਣਾ ਦਿੱਤੀ। ਜਦ ਕਿ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਸੀ ਮਹਿਕਮੇ ਦੇ ਅਫਸਰਾਂ ਦੀ, ਜਿਨ੍ਹਾਂ ਦੀ ਮਿਲੀ ਭੁਗਤ ਨਾਲ ਇਹ ਨਜਾਇਜ਼ ਕਲੋਨੀਆਂ ਕੱਟੀਆਂ। ਬਾਅਦ ਦੇ ਵਿੱਚ ਜਿਹੜੇ ਅਲਾਟੀ ਸੀ ਉਹਨਾਂ 'ਤੇ ਹੀ ਬਰਡਨ ਪਾ ਦਿੱਤਾ ਗਿਆ ਵੀ ਤੁਸੀਂ ਪੈਸੇ ਹੋਰ ਜਮ੍ਹਾਂ ਕਰਾਓ ਅਤੇ ਤੁਹਾਡਾ ਜਿਹੜਾ ਪਲਾਟ ਹੈ ਉਹ ਰੈਗੂਲਰ ਕਰ ਦਿੱਤਾ ਜਾਊਗਾ। ਸੋ ਸਰਕਾਰ ਨੇ ਤੇ ਡਿਵੈਲਪਰਾਂ ਨੇ ਦੋਨਾਂ ਨੇ ਭੋਲੇ ਭਾਲੇ ਜਿਹੜੇ ਅਲਾਟੀ ਸੀ, ਜਿਨ੍ਹਾਂ ਨੂੰ ਪਹਿਲਾਂ ਅਨਡਿਵੈਲਪਡ ਕਲੋਨੀਆਂ 'ਚ ਪਲਾਟ ਦਿੱਤੇ ਗਏ ਵਿਚਾਰਿਆਂ ਨੂੰ, ਤੇ ਉੱਥੇ ਬੁਰੀ ਤਰ੍ਹਾਂ ਲੁੱਟਿਆ। ਉਹਨਾਂ ਦੀ ਲੁੱਟ ਖਸੁੱਟ ਹੋਈ ਹੈ। ਤੇ ਜਿੱਦਾਂ ਲੁੱਟ ਖਸੁੱਟ ਤਾਂ ਜਿੱਦਾਂ ਕਹੀਏ ਕਿ ਕਾਫੀ ਟਾਈਮ ਦੀ ਚੱਲ ਰਹੀ ਹੈ ਤੇ ਚੌਧਰੀ ਸਾਹਿਬ ਵੀ ਬਹੁਤ ਇਹ 'ਤੇ ਕੰਮ ਕਰ ਰਹੇ ਆ। ਵੌਇਸ ਆਫ ਪੰਜਾਬ TV ਦੀ ਟੀਮ ਨੇ, ਮੈਨੇਜਮੈਂਟ ਨੇ ਵੀ ਰੇਰਾ ਦੇ ਹੈਡਸ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ। ਇਸ ਬਾਰੇ ਅਵੇਅਰਨੈਸ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ, ਪਬਲਿਕ ਨੂੰ ਅਵੇਅਰਨੈਸ ਮਿਲੇ। ਬਟ ਉਹਨਾਂ ਨੇ ਇੰਟਰਵਿਊ ਦੇਣ ਨੂੰ ਸਾਨੂੰ ਰਿਫਿਊਜ਼ ਕਰ ਦਿੱਤਾ। ਰਿਫਿਊਜ਼ ਕਰਨ ਦਾ ਆਪਾਂ ਨੂੰ ਪਤਾ ਹੀ ਮਤਲਬ ਹੁੰਦਾ ਕਿ ਜੇ ਰਿਫਿਊਜ਼ ਕੋਈ ਇੱਦਾਂ ਦੀ ਕਰਦੇ ਆ ਤਾਂ ਉਹਦਾ ਮਤਲਬ ਕੀ ਆ ਕਿ ਪਿੱਛੇ ਬਿਹਾਈਂਡ ਜਿਹੜੀਆਂ ਰਿਐਲਿਟੀ ਹੈਗੀ ਆ ਉਹ ਪਬਲਿਕ ਕੋਲ ਨਾ ਜਾਵੇ। ਮੇਨ ਮਕਸਦ ਅੱਜ ਦੀ ਮੀਟਿੰਗ ਆਪਣੀ ਜਿਹੜੀ ਹੈਗੀ ਆ, ਅੱਜ ਦਾ ਇੰਟਰਵਿਊ, ਇਹਦੇ ਵਿੱਚ ਵੀ ਹੈਗਾ ਕਿ ਅਵੇਅਰਨੈਸ ਦੇਈਏ ਤੇ ਜੋ ਖਾਮੀਆਂ ਹੈਗੀਆਂ ਆ ਇਸ ਰੇਰਾ ਦੇ ਵਿੱਚ ਉਹਦੀਆਂ ਖਾਮੀਆਂ ਨੂੰ ਵੀ ਅਸੀਂ ਅੱਗੇ ਰੱਖੀਏ ਕਿ ਕੀ ਖਾਮੀਆਂ ਹੈਗੀਆਂ ਆ। ਨੈਕਸਟ ਕੁਐਸਚਨ ਮੇਰਾ ਇਹ ਹੈਗਾ ਆ ਕਿ ਰੇਰਾ ਦੇ ਹੁੰਦਿਆਂ ਹੋਇਆਂ ਵੀ ਇਹ ਕੁਛ ਹੋਣਾ ਤੇ ਇਹ ਕੀ ਦਰਸਾਉਂਦਾ ਹੈਗਾ ਆ। ਮੈਡਮ ਬਹੁਤ ਖੁਸ਼ੀ ਦੀ ਗੱਲ ਹੈ ਵੀ ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਆ ਗਿਆ ਵੀ ਜਿਹੜਾ ਰੇਰਾ ਦੀ ਅਥਾਰਟੀ ਹੈ, ਜਿਸ ਪਰਪਸ ਲਈ ਉਹ ਕੰਸਟੀਟਿਊਟ ਕੀਤੀ ਗਈ ਸੀ, ਉਹ ਆਪਣੀਆਂ ਡਿਊਟੀਆਂ ਨਿਭਾਉਣ ਦੇ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਇਹੀ ਕਾਰਨ ਹੈ ਵੀ ਉਹ ਮੀਡੀਆ ਤੋਂ ਭੱਜਦੇ ਨੇ।
ਜੇ ਕਿਸੇ ਬੰਦੇ ਨੇ ਕੋਈ ਪ੍ਰਾਪਤੀ ਕੀਤੀ ਹੋਵੇ ਤਾਂ ਉਹ ਤਾਂ ਅੱਗੇ ਆ ਕੇ ਦੱਸਦਾ ਵੀ ਸਾਡੇ ਡਿਪਾਰਟਮੈਂਟ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਓ। ਬਿਲਕੁਲ। 2016 ਦੇ ਵਿੱਚ ਰੇਰਾ ਐਕਟ ਬਣਿਆ। ਉਸ ਐਕਟ ਦੇ ਵਿੱਚ ਜਿਸ ਕਿਸੇ ਵੀ ਡਿਵੈਲਪਰ ਨੇ 500 ਸਕੁਅਰ ਮੀਟਰ ਦੇ ਵੱਧ ਤੋਂ ਪਲਾਟ ਜਾਂ 8 ਤੋਂ ਵੱਧ ਅਪਾਰਟਮੈਂਟ ਬਣਾ ਕੇ ਵੇਚਣੇ ਸੀ ਤਾਂ ਉਹਦੇ ਵਾਸਤੇ ਰੇਰਾ ਥੱਲੇ ਰਜਿਸਟ੍ਰੇਸ਼ਨ ਕਰਾਉਣਾ ਲਾਜ਼ਮੀ ਸੀ। ਇੱਕ ਉਹਦੇ ਵਿੱਚ ਸੈਕਸ਼ਨ 3 ਦੇ ਵਿੱਚ ਸੀ ਵੀ ਜਿਹੜੇ ਆਲਰੇਡੀ ਗੋਇੰਗ ਪ੍ਰੋਜੈਕਟ ਨੇ, ਜਿਸ ਸਟੇਟ ਨੂੰ ਰੇਰਾ ਐਕਟ ਹੋਂਦ ਦੇ ਵਿੱਚ ਆਇਆ, ਜੇ ਉਹਨਾਂ ਨੇ ਕੰਪਲੀਸ਼ਨ ਸਰਟੀਫਿਕੇਟ ਕੰਪੀਟੈਂਟ ਅਥਾਰਟੀ ਤੋਂ ਨਹੀਂ ਲਏ ਤਾਂ ਉਹਨਾਂ ਵਾਸਤੇ ਲਾਜ਼ਮੀ ਸੀ ਵੀ ਉਹ ਆਪਣੀ ਰਜਿਸਟ੍ਰੇਸ਼ਨ ਕਰਾਉਣ ਰੇਰਾ ਅਥਾਰਟੀ ਕੋਲੇ। ਜੇ ਨਹੀਂ ਕਰਾਉਂਦੇ ਤਾਂ ਸੈਕਸ਼ਨ 59 ਥੱਲੇ ਉਹਨਾਂ ਨੂੰ ਪ੍ਰੋਸੀਕਿਊਟ ਕਰਨ ਦਾ ਉਹ ਸੀ ਵੀ ਉਹਨਾਂ ਨੂੰ 3 ਸਾਲ ਦੀ ਜਿਹਦੇ ਵਿੱਚ ਸਜ਼ਾ ਹੋ ਸਕਦੀ ਹੈ ਜਾਂ 10% ਆਫ ਦਾ ਪ੍ਰੋਜੈਕਟ ਕਾਸਟ ਜੁਰਮਾਨਾ ਹੋ ਸਕਦਾ ਹੈ ਜਾਂ ਦੋਵੇਂ ਵੀ ਹੋ ਸਕਦੀਆਂ ਨੇ। ਪਰ ਤੁਸੀਂ ਮਤਲਬ ਅੰਦਾਜ਼ਾ ਲਗਾ ਸਕਦੇ ਹੋ ਵੀ ਚੰਡੀਗੜ੍ਹ ਤੇ ਮੋਹਾਲੀ ਦੇ ਆਸ-ਪਾਸ ਏਰੀਆ ਨੂੰ ਛੱਡ ਕੇ ਪੰਜਾਬ ਦੇ ਵਿੱਚ ਕਿਸੇ ਨੂੰ ਰੇਰਾ ਐਕਟ ਦੇ ਨਾਂ ਦੀ ਬਲਾ ਦਾ ਨਹੀਂ ਪਤਾ ਵੀ ਇਹ ਕੀ ਚੀਜ਼ ਹੈ। ਉਹ ਇੱਕ ਚੀਜ਼ ਮੈਂ ਤੁਹਾਨੂੰ ਬਿਗਿਨਿੰਗ ਵਿੱਚ ਕਿਹਾ ਸੀਗਾ ਕਿ ਰੇਰਾ ਜਿਹੜੀ ਹੈਗੀ ਆ ਇਹਦਾ ਆਮ ਪਬਲਿਕ ਨੂੰ ਨਹੀਂ ਪਤਾ ਹੈਗਾ, ਬਟ ਚਲੋ ਚੰਡੀਗੜ੍ਹ ਵਰਗੀਆਂ ਸਿਟੀਜ਼ ਜਿਹੜੀਆਂ ਉੱਥੇ ਲੋਕ ਅਵੇਅਰਨੈਸ ਹੈਗੇ ਆ, ਬਟ ਉਹਦੇ ਬਾਵਜੂਦ ਵੀ ਜੋ ਅੱਜ ਸਪੈਸ਼ਲੀ ਜੇ ਆਪਾਂ ਡੇਰਾਬੱਸੀ ਹਲਕੇ ਦੀ ਗੱਲ ਕਰੀਏ, ਇਹਦੇ ਵਿੱਚ ਜੋ ਚੱਲ ਰਿਹਾ ਸਪੈਸ਼ਲੀ ਜ਼ੀਰਕਪੁਰ ਜਿੱਥੇ ਆਪਣੀ ਬੇਸ ਹੈਗੀ ਆ, ਜ਼ੀਰਕਪੁਰ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਇਲੀਗਲ ਕਲੋਨੀਜ਼ ਹੈਗੀਆਂ ਜਾਂ ਸਾਰਾ ਕੁਝ ਇਲੀਗਲ ਚੱਲ ਰਿਹਾ ਆ, ਤੇ ਫਿਰ ਰੇਰਾ ਕੀ ਕਰਦੀ ਆ? ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਵੀ ਜੇਕਰ ਤੁਸੀਂ ਰੋਜ਼ ਦੇਖਦੇ ਹੋ ਅਖਬਾਰਾਂ 'ਚ ਪੜ੍ਹਦੇ ਹੋ ਵੀ ਗੁਪਤਾ ਬਿਲਡਰਸ ਤੇ ਹੋਰ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਲਾ ਕੇ ਚਲੇ ਗਏ ਨੇ, ਜੇਕਰ ਰੇਰਾ ਨੇ ਸਮੇਂ ਸਿਰ ਆਪਣੀਆਂ ਡਿਊਟੀਆਂ ਸਹੀ ਢੰਗ ਨਾਲ ਨਿਭਾਈਆਂ ਹੁੰਦੀਆਂ ਤਾਂ ਇਹ ਸੰਭਵ ਨਹੀਂ ਸੀ, ਕਿਉਂਕਿ ਰੇਰਾ ਅਥਾਰਟੀ ਕੋਲੇ ਪਾਵਰ ਸੀ ਵੀ ਉਹਨਾਂ ਨੂੰ ਪੀਰੀਓਡਿਕਲ ਇਹਨਾਂ ਦੇ ਅਕਾਊਂਟਸ ਦੀ ਸਟੇਟਮੈਂਟ ਮੰਗਾਉਣਗੇ ਤੇ ਹਰ ਇੱਕ ਡਿਵੈਲਪਰ ਵਾਸਤੇ ਲਾਜ਼ਮੀ ਸੀ ਵੀ ਉਹ 2 ਅਕਾਊਂਟ ਖੋਲ੍ਹੇਗਾ, ਇੱਕ 'ਚ 70% ਪੈਸੇ ਜਮ੍ਹਾਂ ਕਰਾਊਗਾ ਅਲੋਟੀ ਦੇ ਦੁਆਰਾ ਜਿੰਨੀ ਵੀ ਪੇਮੈਂਟ ਲਿੱਤੀ ਜਾਊਗੀ, ਤੇ ਦੂਸਰੇ ਅਕਾਊਂਟ 'ਚ 30% ਪੈਸੇ ਜਾਣਗੇ। ਜਿਹੜੇ 70% ਪੈਸੇ ਸੀ ਉਹ ਸਿਰਫ ਤੇ ਸਿਰਫ ਮਟੀਰੀਅਲ ਜਾਂ ਉਸ ਪ੍ਰੋਜੈਕਟ ਤੇ ਹੀ ਖਰਚੇ ਜਾਣੇ ਸਨ। ਉਹਦੇ ਵਾਸਤੇ ਉਹਨਾਂ ਨੇ ਅਥਾਰਟੀਜ਼ ਨੋਮੀਨੇਟ ਕੀਤੀਆਂ ਸੀ ਵੀ ਜਿਨ੍ਹਾਂ ਦੇ ਸਿਗਨੇਚਰਸ ਤੋਂ ਬਾਅਦ ਹੀ ਇਹ ਰਕਮ ਨਿਕਲ ਸਕੇਗੀ। ਪਰ ਦੇਖ ਲਓ ਤੁਸੀਂ, ਉਹ ਜਿੰਨਾ ਵੀ ਅਲੋਟੀਆਂ ਦਾ ਪੈਸਾ ਸੀ ਸਾਰੇ ਲੈ ਕੇ ਅੱਜ ਉਹ ਬਾਹਰ ਬੈਠੇ ਆਪਣਾ ਐਸ਼ ਕਰਦੇ ਨੇ। ਰੇਰਾ ਅਥਾਰਟੀ ਆਪਣਾ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ। ਤੇ ਇਹਦੇ ਵਿੱਚ ਜਿੱਦਾਂ ਪਹਿਲਾਂ ਹੀ ਮੈਂ ਇਹੀ ਕੁਐਸਚਨ ਕੀਤਾ ਕਿ ਚਲੋ ਆਮ ਪਬਲਿਕ ਜਿਹੜੀ ਉਹਨੂੰ ਨਹੀਂ ਪਤਾ, ਬਟ ਜਿਹੜੇ ਪੜ੍ਹੇ ਲਿਖੇ ਹੈਗੇ ਆ ਸਪੈਸ਼ਲ ਜਿੱਦਾਂ ਚੰਡੀਗੜ੍ਹ ਸਿਟੀ ਦੇ ਵਿੱਚ ਜਾਂ ਸਰਾਊਂਡਿੰਗ ਏਰੀਆਸ ਵਿੱਚ ਬੈਠੇ ਲੋਕ ਹੈਗੇ ਆ, ਫਿਰ ਉਹ ਕਿੱਦਾਂ ਧੋਖਾ ਖਾਂਦੇ ਆ ਰੇਰਾ ਤੋਂ? ਰੇਰਾ ਅਥਾਰਟੀ ਕਹੇ ਜੀ ਵੀ ਇਹ ਸਮਝਦੀ ਹੈ ਵੀ ਜੇ ਡਿਵੈਲਪਰ ਨੇ ਰਜਿਸਟ੍ਰੇਸ਼ਨ ਲੈ ਲਿਆ ਤੇ ਉੱਥੇ ਬੋਰਡ ਤੇ ਲਿਖਾਤਾ ਵੀ ਰੇਰਾ ਰਜਿਸਟਰਡ ਪ੍ਰੋਜੈਕਟ, ਇਸ ਤੋਂ ਵੱਧ ਰੇਰਾ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੀ ਹੈਗੀ। ਤੇ ਜਿਹੜੇ ਡਿਵੈਲਪਰ ਨੇ ਉਹ ਲੋਕਾਂ ਨੂੰ ਐਡਵਰਟਾਈਜ਼ਮੈਂਟ ਦੇ ਕੇ ਵੀ ਸਾਡਾ ਪ੍ਰੋਜੈਕਟ ਰੇਰਾ ਤੋਂ ਰਜਿਸਟਰਡ ਹੈ ਤੇ ਵੀ ਇਸ ਕਰਕੇ ਸਾਡੇ ਕੋਲੇ ਆਓ। ਲੋਕ ਸਮਝਦੇ ਨੇ ਵੀ ਰੇਰਾ ਨੇ ਓਨਰਸ਼ਿਪ ਤੇ ਹੋਰ ਸਾਰੀਆਂ ਫੈਸਿਲਿਟੀਆਂ ਦੇਖ ਲਈਆਂ ਹੋਣਗੀਆਂ ਵੀ ਤਾਂ ਕਿ ਉਹਨਾਂ ਨਾਲ ਹੁਣ ਕੋਈ ਠੱਗੀ ਨਹੀਂ ਵੱਜੂਗੀ, ਪਰ ਉਹ ਭੁਲੇਖੇ 'ਚ ਨੇ ਇਸ ਗੱਲ ਤੇ। ਅੱਜ ਵੀ ਜਿਹੜੇ ਡਿਵੈਲਪਰ ਨੇ ਇਹ ਉਹਨਾਂ ਮਤਲਬ ਇੰਨੇ ਸਟਰੋਂਗ ਲੌਬੀ ਹੈ ਇਹ ਇੱਕ, ਤੇ ਉਹ ਬਿਲਕੁਲ ਪਰਵਾਹ ਨਹੀਂ ਕਰਦੇ ਰੇਰਾ ਅਥਾਰਟੀ ਦੀ। ਜਿਵੇਂ ਪਹਿਲਾਂ ਪਾਪੜਾ ਐਕਟ ਮੈਂ ਤੁਹਾਨੂੰ ਦੱਸਿਆ, ਪੰਜਾਬ ਅਪਾਰਟਮੈਂਟ ਪ੍ਰੋਪਰਟੀ ਐਂਡ ਅਪਾਰਟਮੈਂਟ ਰੈਗੂਲੇਸ਼ਨ ਐਕਟ 1995 ਸੀ, ਉਹਦੀਆਂ ਰੱਜ ਕੇ ਧੱਜੀਆਂ ਉਡਾਈਆਂ ਤੇ ਰੱਜ ਕੇ ਪੂਡਾ ਦੇ ਅਧਿਕਾਰੀਆਂ ਨੇ ਡਿਵੈਲਪਰਾਂ ਨਾਲ ਮਿਲ ਕੇ ਕਲੋਨੀਆਂ ਕੱਟੀਆਂ, ਪਹਿਲਾਂ ਤਾਂ ਨਜਾਇਜ਼, ਫਿਰ ਆਪ ਇਹ ਬਿੱਲ ਆਈ ਸਰਕਾਰ ਵੀ ਉਹਨਾਂ ਨੂੰ ਰੈਗੂਲਰਾਈਜ਼ ਕਰਦੇ ਆ। ਵੀ ਤੁਸੀਂ ਉਹਨਾਂ ਅਫਸਰਾਂ ਦੀ ਜ਼ਿੰਮੇਵਾਰੀ ਕਿਉਂ ਨਹੀਂ ਫਿਕਸ ਕਰਦੇ ਵੀ ਜਿਨ੍ਹਾਂ ਨੇ ਇਹ ਕਲੋਨੀਆਂ ਪਹਿਲਾਂ ਨਜਾਇਜ਼ ਕੱਟਣ ਦਿੱਤੀਆਂ ਨੇ? ਕਲੋਨੀਆਂ ਨਜਾਇਜ਼ ਕੱਟੀਆਂ ਜਾਂਦੀਆਂ, ਬਿਲਡ ਵੀ ਹੁੰਦੀਆਂ ਬਿਨਾਂ ਕੰਪਲੀਸ਼ਨ ਤੋਂ, ਉਹਨਾਂ ਦੇ ਕੰਪਲੀਸ਼ਨ ਸਰਟੀਫਿਕੇਟ ਵੀ ਇਸ਼ੂ ਹੁੰਦੇ ਆ, ਉਹਦਾ ਕੀ ਰੀਜ਼ਨ ਆ? ਬਹੁਤ ਸੋਹਣਾ ਤੁਹਾਡਾ ਸਵਾਲ ਹੈ ਮੈਡਮ। ਮੈਂ ਤੁਹਾਨੂੰ ਹੁਣ ਅੱਜ ਲੈ ਕੇ ਨਹੀਂ ਆਇਆ, ਮੈਂ ਤੁਹਾਨੂੰ ਕੰਪਲੀਸ਼ਨ ਸਰਟੀਫਿਕੇਟ ਦਿਖਾਉਣਾ ਜਿਹੜੇ ਗਮਾਡਾ ਨੇ ਜਾਰੀ ਕੀਤੇ ਨੇ। ਉਹ ਇਹਨਾਂ ਨੇ ਇੱਕ ਨਵੀਂ ਟਰਮ ਕੱਢ ਲਈ ਵੀ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ, ਜਦ ਕਿ ਕੋਰਟਸ ਕਹਿੰਦੀਆਂ ਨੇ ਵੀ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਦਾ ਕੀ ਮਤਲਬ? ਤੁਸੀਂ ਦੇਖੋ ਵੀ ਜੋ ਉਹਨਾਂ ਦੀਆਂ ਕਮਿਟਮੈਂਟਸ ਜਾਂ ਡਿਵੈਲਪਮੈਂਟ ਪ੍ਰਤੀ ਵੀ ਉਹ ਕੰਪਲੀਟ ਹੋ ਗਈਆਂ ਜਾਂ ਨਾ। ਕੰਪਲੀਸ਼ਨ ਸਰਟੀਫਿਕੇਟ ਤਦ ਹੀ ਇਸ਼ੂ ਕੀਤਾ ਜਾ ਸਕਦਾ। ਇਹਨਾਂ ਨੇ ਇੱਕ ਨਵਾਂ ਮੋਡਸ ਆਪਰੈਂਡੀ ਅਪਣਾਇਆ ਗਮਾਡਾ ਨੇ, ਇਹ ਕਹਿੰਦੇ ਨੇ ਵੀ ਸਬਜੈਕਟ ਟੂ ਦਾ ਫੁਲਫਿਲਿੰਗ ਆਫ ਫੋਲੋਇੰਗ ਕੰਡੀਸ਼ਨਸ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ। ਇਹ ਦਫ਼ਤਰ ਦੇ ਵਿੱਚ ਬਹਿ ਕੇ ਡਿਵੈਲਪਰ ਤੋਂ ਪੈਸੇ ਲੈ ਕੇ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰ ਦਿੰਦੇ ਨੇ। ਰੇਰਾ ਦੀ ਜਿਹੜੀ ਡਿਊਟੀ ਪ੍ਰੋਪਰ ਡਿਊਟੀ ਹੈਗੀ ਆ ਉਹ ਥੋੜੀ ਜਿਹੀ ਖੁੱਲ ਕੇ ਦਰਸ਼ਕਾਂ ਨੂੰ ਦੱਸੋ ਕਿ ਰੇਰਾ ਦੀ
ਸਟਾਰਟਿੰਗ ਤੋਂ ਫਿਨਿਸ਼ਿੰਗ ਤੱਕ ਕੀ ਡਿਊਟੀਜ਼ ਹੈਗੀਆਂ, ਕੀ ਉਹਨਾਂ ਨੂੰ ਚੀਜ਼ਾਂ ਇਹ ਦੇਖਣੀਆਂ ਚਾਹੀਦੀਆਂ ਤੇ ਬਾਅਦ ਵਿੱਚ ਕੰਪਲੀਸ਼ਨ ਸਰਟੀਫਿਕੇਟ ਜਿਹੜਾ ਦੇਣਾ ਚਾਹੀਦਾ, ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ। ਮੈਡਮ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਰੇਰਾ ਤੋਂ ਪਹਿਲਾਂ ਪਾਪੜਾ ਐਕਟ ਕਹਿੰਦੇ ਸੀ, ਪੰਜਾਬ ਪ੍ਰੋਪਰਟੀ ਅਪਾਰਟਮੈਂਟ ਐਂਡ ਰੈਗੂਲੇਸ਼ਨ ਐਕਟ 1995 ਹੋਂਦ ਸੀ, ਤੇ ਜਿੰਨੀਆਂ ਵੀ ਇਹਦੀਆਂ ਵਾਇਓਲੇਸ਼ਨ ਦੇ ਕੇਸ ਸੀ ਉਹ ਕੰਜ਼ਿਊਮਰ ਕੋਰਟਾਂ 'ਚ ਜਾਂਦੇ ਸੀ। ਕੰਜ਼ਿਊਮਰ ਕੋਰਟਾਂ ਕੋਲੇ ਜਿਹੜਾ ਕੰਮ ਦਾ ਬਰਡਨ ਬਹੁਤ ਜ਼ਿਆਦਾ ਸੀ, ਕਿਉਂਕਿ ਕੰਜ਼ਿਊਮਰ ਕੱਲਾ ਪ੍ਰੋਪਰਟੀ ਦੇ ਨਹੀਂ, ਹੋਰ ਵੀ ਕਿਸੇ ਨੇ ਸਿਲਾਈ ਮਸ਼ੀਨ ਲੈਤੀ ਹੈ, ਕਿਸੇ ਨੇ ਵਾਸ਼ਿੰਗ ਮਸ਼ੀਨ ਲੈਤੀ ਹੈ, ਕਿਸੇ ਨੇ ਫਰਿੱਜ ਲੈਤਾ ਹੈ, ਜੇ ਉਹ ਪ੍ਰੋਪਰ ਸਰਵਿਸਿਜ਼ ਨਹੀਂ ਦੇ ਰਿਹਾ ਤਾਂ ਉਹ ਬੰਦਾ ਕੰਜ਼ਿਊਮਰ ਕੋਰਟ 'ਚ ਜਾ ਸਕਦਾ ਸੀ। ਕੰਜ਼ਿਊਮਰ ਕੋਰਟਸ ਦਾ ਜਿਹੜਾ ਜੁਰਿਸਡਿਕਸ਼ਨ ਸੀ ਉਹ ਬੜਾ ਵਾਈਡ ਸੀ। ਇਸ ਕਰਕੇ ਸਰਕਾਰ ਨੇ ਇਸ ਤੇ ਸੋਚਿਆ ਵੀ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਹੈ, ਲੋਕਾਂ ਨਾਲ ਬੜੇ ਉਹ ਹੋ ਰਹੇ ਨੇ, ਫਰਾਡ ਹੋ ਰਹੇ ਨੇ, ਵੀ ਇਹਨੂੰ ਕਵਰ ਅਪ ਕਰਨ ਦੇ ਲਈ ਇੱਕ ਨਵਾਂ ਸੈਪਰੇਟ ਐਕਟ ਲਿਆਂਦਾ, ਜਿਹਦੇ ਤਹਿਤ ਸਿਰਫ ਤੇ ਸਿਰਫ ਰੀਅਲ estate ਮੈਟਰ ਹੀ ਲਿਆਂਦੇ ਜਾਣਗੇ। ਤੇ ਉਹਦੇ ਸਟਾਰਟਿੰਗ ਦੇ ਵਿੱਚ ਹੀ ਲਿਖਿਆ ਗਿਆ ਵੀ ਜਿਹੜਾ ਰੇਰਾ ਲਿਆਉਣ ਦਾ ਐਕਟ ਲਿਆਉਣ ਦਾ ਮੁੱਖ ਮੰਤਵ ਹੈ ਵੀ ਰੀਅਲ estate ਸੈਕਟਰ ਦੇ ਵਿੱਚ ਟਰਾਂਸਪੇਰੈਂਸੀ ਲਿਆਉਣ ਦਾ, ਸੋ ਦੈਟ ਐਂਡ ਟੂ ਵਾਚ ਦਾ ਇੰਟਰਸਟ ਆਫ ਦਾ ਅਲੋਟੀਜ਼ ਐਜ਼ ਵੈਲ ਐਜ਼ ਡਿਵੈਲਪਰਸ। ਪਰ ਇਸ ਐਕਟ ਦੇ ਥੱਲੇ ਜਿਹੜੀਆਂ ਅਥਾਰਟੀਆਂ ਬਣਾਈਆਂ ਨੇ ਸਟੇਟਾਂ ਨੇ, ਉਹਨਾਂ ਦੇ ਵਿੱਚ ਰਿਟਾਇਰਡ ਬੰਦੇ ਲੈ ਆਉਂਦੇ। ਰਿਟਾਇਰਡ ਬੰਦੇ ਦੀ ਕੀ ਜ਼ਿੰਮੇਵਾਰੀ ਹੈ? ਉਹ ਤਾਂ 5 ਸਾਲ ਲਈ ਆਉਂਦਾ ਹੈ, ਕੋਈ ਉਹਦੀ ਅਕਾਊਂਟੇਬਿਲਟੀ ਨਹੀਂ, 5 ਸਾਲ ਲਈ ਸਰਕਾਰੀ ਸਹੂਲਤਾਂ ਇੰਜੋਏ ਕਰਕੇ ਚੰਗੀ ਸੈਲਰੀ ਲੈ ਕੇ ਚਲਾ ਜਾਂਦਾ ਹੈ। ਹੁਣ ਤੁਸੀਂ ਆਪ ਕਹਿੰਦੇ ਹੋ ਵੀ ਉਹ ਰੀਅਲ estate ਰੈਗੂਲੇਟਰੀ ਅਥਾਰਟੀ ਦੇ ਜਿਹੜੇ ਆਫੀਸਰਸ ਨੇ ਉਹ ਜੇ ਤੁਹਾਨੂੰ ਵੀ ਮਿਲਣ ਤੋਂ ਕਤਰਾਉਂਦੇ ਨੇ, ਇਟ ਮੀਨਸ ਮਤਲਬ ਉਹ ਨਹੀਂ ਚਾਹੁੰਦੇ ਵੀ ਲੋਕਾਂ ਨੂੰ ਸਾਡੀ ਪਰਫਾਰਮੈਂਸ ਦਾ ਪਤਾ ਲੱਗੇ। ਅਨਫੋਰਚੂਨੇਟਲੀ ਮੈਨੂੰ ਕਹਿਣਾ ਨਹੀਂ ਚਾਹੀਦਾ, ਇਹ ਪੋਲੀਟੀਕਲ ਇਸ਼ੂ ਹੈ। ਪਹਿਲੀਆਂ ਜਿਹੜੀਆਂ ਰਵਾਇਤੀ ਸਰਕਾਰਾਂ ਸੀ ਉਹ ਵੀ ਇਹਨਾਂ ਦੇ ਨਾਲ ਮਿਲੀਆਂ ਹੋਈਆਂ ਸੀ, ਜਿਹਦੇ ਕਰਕੇ ਉਹਨਾਂ ਨੇ ਇਸ ਵਿਸ਼ੇ ਵੱਲ ਕਦੇ ਕੋਈ ਤਵੱਜੋ ਨਹੀਂ ਦਿੱਤੀ ਹੈਗੀ। ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਮੈਨੂੰ ਪੂਰਨ ਆਸ ਹੈ ਵੀ ਹੁਣ ਇਹਨਾਂ ਅਥਾਰਟੀਆਂ ਨੂੰ ਵੀ ਨਕੇਲ ਪਊ, ਉਹਨਾਂ ਡਿਵੈਲਪਰਾਂ ਨੂੰ ਵੀ ਨਕੇਲ ਪਊਗੀ ਜਿਨ੍ਹਾਂ ਨੇ ਇਸ ਅਥਾਰਟੀ ਦੀ ਨੈਗਲੀਜੈਂਸੀ ਕਰਕੇ ਜਾਂ ਇਹਨਾਂ ਦੀ ਮਿਲੀ ਭੁਗਤ ਕਰਕੇ ਲੋਕਾਂ ਨਾਲ ਕਰੋੜਾਂ ਰੁਪਏ ਦਾ ਫਰਾਡ ਹੋਇਆ। ਮੈਂ ਪੂਰੀ ਉਮੀਦ ਕਰਦਾ ਵੀ ਜਿਹੜੇ ਸਾਡੇ ਮੁੱਖ ਮੰਤਰੀ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ, ਉਹ ਲੋਕਾਂ ਦੀਆਂ ਸਮੱਸਿਆਵਾਂ ਤੋਂ ਬਹੁਤ ਗਰਾਊਂਡ ਲੈਵਲ ਤੋਂ ਉੱਠੇ ਹੋਏ ਨੇ, ਭਲੀ ਭਾਂਤ ਜਾਣੂ ਨੇ, ਉਹ ਜ਼ਰੂਰ ਇਹਨਾਂ ਨੂੰ ਸਬਕ ਸਿਖਾਉਣਗੇ। ਜਿੱਦਾਂ ਜੇ ਗੱਲ ਆਪਾਂ ਕਰੀਏ ਇਲੀਗਲ ਬਿਲਡਿੰਗਸ ਜਿਹੜੀਆਂ ਬਣਦੀਆਂ ਜਾਂ ਕਲੋਨੀਸ ਬਣਦੀਆਂ ਆ, ਮੇਨ ਪ੍ਰੋਬਲਮ ਜ਼ੀਰਕਪੁਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਸੀਵਰੇਜ ਦੀ ਆਉਂਦੀ ਆ। ਕੀ ਰੇਰਾ ਦੀ ਇਹ ਡਿਊਟੀ ਨਹੀਂ ਬਣਦੀ ਕਿ ਕੰਪਲੀਸ਼ਨ ਸਰਟੀਫਿਕੇਟ ਦੇਣ ਤੋਂ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਪ੍ਰੋਪਰਲੀ ਥਰਲੀ ਚੈੱਕ ਕੀਤੀਆਂ ਜਾਣ ਕਿ ਸਹੀ ਹੈਗੀਆਂ ਕਿ ਨਹੀਂ ਹੈਗੀਆਂ? ਨਹੀਂ ਮੈਡਮ, ਜਿੱਥੋਂ ਤੱਕ ਕੰਪਲੀਸ਼ਨ ਸਰਟੀਫਿਕੇਟ ਦਾ ਸੰਬੰਧ ਹੈ, ਰੇਰਾ ਨੇ ਨਹੀਂ ਦੇਣਾ ਹੁੰਦਾ। ਇਹ ਕੰਪਲੀਸ਼ਨ ਸਰਟੀਫਿਕੇਟ ਵਾਸਤੇ ਵੱਖ-ਵੱਖ ਅਥਾਰਟੀਜ਼ ਨੇ, ਵੀ ਜੇ ਉਹ ਮਿਊਨਿਸਪੈਲਿਟੀ ਏਰੀਏ ਦੇ ਵਿੱਚ ਹੈ ਤਾਂ ਉਹ ਮਿਊਨਿਸਪੈਲਿਟੀ ਦੇ ਅਥਾਰਟੀਜ਼ ਨੇ ਦੇਣਾ ਹੁੰਦਾ ਹੈ, ਜੇ ਉਹ ਮਿਊਨਿਸਪੈਲਿਟੀ ਤੋਂ ਬਾਹਰ ਹੈ ਤਾਂ ਗਮਾਡਾ ਨੇ ਦੇਣਾ ਹੁੰਦਾ ਹੈ। ਇਸ ਤਰ੍ਹਾਂ ਵੱਖ-ਵੱਖ ਅਥਾਰਟੀਜ਼ ਨੇ ਕੰਪਲੀਸ਼ਨ ਸਰਟੀਫਿਕੇਟ ਉਹਨਾਂ ਨੇ ਦੇਣਾ ਹੁੰਦਾ। ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਦਫ਼ਤਰ ਦੇ ਵਿੱਚ ਹੀ ਬੈਠੇ ਆਪਣਾ ਹਿਸਾਬ ਕਿਤਾਬ ਕੀਤਾ ਤੇ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਇਸ਼ੂ ਕਰ ਦਿੰਦੇ ਨੇ, ਨਾਲ ਲਿਖ ਦਿੰਦੇ ਨੇ ਵੀ ਸਬਜੈਕਟ ਟੂ ਦਾ ਸੀਵਰ ਲਾਈਨਸ ਪਾਉਣੀਆਂ, ਸਬਜੈਕਟ ਟੂ ਦਾ ਪਾਣੀ ਦੀਆਂ ਟ੍ਰੀਟਮੈਂਟ ਪਲਾਂਟ, ਮਤਲਬ ਬਿਨਾਂ ਕੁਝ ਦੇਖੇ ਉਹ ਵੀ ਉੱਥੇ ਮੌਕੇ ਤੇ ਕੋਈ ਚੀਜ਼ ਉਪਲਬਧ ਹੈ ਜਾਂ ਨਾ, ਉਹ ਦਫ਼ਤਰਾਂ ਤੇ ਬੈਠੀ ਕੰਪਲੀਸ਼ਨ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਦੀ ਇਹਨਾਂ ਨੇ ਨਵੀਂ ਹੋਰ ਲੱਭ ਲਿਆ ਰਾਹ, ਉਹ ਜਾਰੀ ਕਰ ਦਿੰਦੇ ਨੇ। ਹੁਣ ਜਿੱਦਾਂ ਮੈਂ ਮੈਂਸ਼ਨ ਕੀਤਾ ਕਿ ਸੀਵਰੇਜ ਦੀ ਮੇਨ ਪ੍ਰੋਬਲਮ ਹੈ ਇੱਥੇ ਆ ਰਹੀ ਆ ਜ਼ੀਰਕਪੁਰ ਏਰੀਆ ਵਿੱਚ, ਇਹਦਾ ਫਿਰ ਜ਼ਿੰਮੇਵਾਰ ਕੌਣ ਆ? ਪਬਲਿਕ ਜਿਹੜੀ ਹੈਗੀ ਆ, ਲਾਸਟ ਈਅਰ ਜਦੋਂ ਬਰਸਾਤਾਂ ਹੋਈਆਂ, ਆਪਾਂ ਸਭ ਨੂੰ ਪਤਾ ਕਿ ਸੀਵਰੇਜ ਤੇ ਪਾਣੀ ਨੇ ਕਿੰਨੀ ਕੁ ਪ੍ਰੋਬਲਮ ਕ੍ਰੀਏਟ ਕੀਤੀ ਸੀਗੀ। ਇੱਥੇ ਬਲਟਾਨਾ ਏਰੀਆ ਸੀ, ਜ਼ੀਰਕਪੁਰ ਏਰੀਆ ਬਹੁਤ ਹੀ ਵੱਡੀ ਪੂਰਾ, ਕੌਣ ਹੈਗਾ ਆ ਜ਼ਿੰਮੇਵਾਰ ਇਸ ਚੀਜ਼ ਦਾ ਕਿ ਇਹਨਾਂ ਚੀਜ਼ਾਂ ਨੂੰ ਸਹੀ ਕੀਤਾ ਜਾਵੇ? ਹਾਂਜੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਬਹੁਤ ਲੈਂਡਮਾਰਕ ਜੱਜਮੈਂਟ ਇਸ 'ਚ ਦਿੱਤੀ ਸੀ। ਉਹਨਾਂ ਨੇ ਹਰਿਆਣੇ ਦਾ ਕੇਸ ਸੀ, ਉਹਨਾਂ ਨੇ ਕਿਹਾ ਸੀ ਵੀ ਕੋਈ ਵੀ ਸਰਕਾਰੀ ਮਹਿਕਮਾ, ਕੋਈ ਕਾਰਪੋਰੇਸ਼ਨ ਜਾਂ ਹੋਰ ਜਿਵੇਂ ਹੁੱਡ ਹੈ, ਇਹ ਉਨੀ ਦੇਰ ਪਲਾਟ ਨਾ ਤਾਂ ਅਲਾਟ ਕਰ ਸਕਦੇ ਨੇ ਨਾ ਆਕਸ਼ਨ ਕਰ ਸਕਦੇ ਨੇ ਜਿੰਨੀ ਦੇਰ ਤੱਕ ਉੱਥੇ ਇਹ ਬੇਸਿਕ ਫੈਸਿਲਿਟੀ ਜਿਵੇਂ ਲਾਈਟ, ਸੀਵਰ, ਪਾਣੀ ਤੇ ਹੋਰ ਜਿਹੜੀਆਂ ਕਾਮਨ ਫੈਸਿਲਿਟੀਜ਼ ਨੇ ਇਹ ਪੂਰੀਆਂ ਨਹੀਂ ਕਰਦੇ। ਪਰ ਮੈਂ ਦੇਖਿਆ ਇਹ ਕੀ ਕਰਦੇ ਨੇ, ਇਹ ਅਥਾਰਟੀ ਗਮਾਡਾ ਵੀ ਲੈ ਲਓ, ਪੂਡਾ ਲੈ ਲਓ, ਇਹ ਜ਼ਮੀਨ ਲੈ ਲੈਂਦੇ ਨੇ, ਹਾਲੇ ਕਾਗਜ਼ਾਂ 'ਤੇ ਇਹਨਾਂ ਨੇ ਨਕਸ਼ਾ ਬਣਾਇਆ ਹੁੰਦਾ, ਇਹ ਐਪਲੀਕੇਸ਼ਨਾਂ ਮੰਗ ਕੇ ਅਲਾਟ ਕਰ ਦਿੰਦੇ ਨੇ। ਅੱਜ ਵੀ ਉਸ ਜੱਜਮੈਂਟ ਦੀ ਵਾਇਲੇਸ਼ਨ ਹੋ ਰਹੀ ਹੈ।
ਜਦ ਕਿ ਉਸ ਰਾਮ ਕਿਸ਼ਨ ਵਰਸਸ ਸਟੇਟ ਆਫ ਹਰਿਆਣਾ ਦੀ ਜਜਮੈਂਟ ਸੀ ਉਹਦੇ ਵਿੱਚ ਅਸੀਂ ਕੰਟੈਂਪਟ ਵੀ ਪਾਈ ਆ ਮੈਂ ਹਾਈ ਕੋਰਟ ਦੇ ਵਿੱਚ ਪੁੱਡਾ ਤੇ ਵੀ ਜੇ ਸਰਕਾਰ ਹੀ ਵਾਇਓਲੇਸ਼ਨ ਕਰੀ ਜਾਂਦੀ ਆ ਉਸ ਐਕਟ ਦੀ ਉਸ ਜਜਮੈਂਟ ਦੀ। ਉਹਨਾਂ ਨੇ ਉਸ ਜਜਮੈਂਟ ਦੀ ਕਾਪੀ ਦੋਨੋਂ ਸਟੇਟਾਂ ਦੇ ਚੀਫ ਸੈਕਟਰੀਆਂ ਨੂੰ ਭੇਜ ਕੇ ਕਿਹਾ ਸੀ ਵੀ ਇਨਸ਼ੋਰ ਕਰੋ ਇਹ ਗੱਲ ਨੂੰ, ਤਾਂ ਯਕੀਨੀ ਬਣਾਓ ਵੀ ਅੱਜ ਤੋਂ ਬਾਅਦ ਕੋਈ ਵੀ ਅਥਾਰਟੀ, ਗਵਰਨਮੈਂਟ ਦੀ ਅਥਾਰਟੀ ਖਾਸ ਕਰਕੇ ਉਨੀ ਦੇਰ ਤੱਕ ਕੋਈ ਵੀ ਪਲਾਟ ਜਾਂ ਅਪਾਰਟਮੈਂਟ ਨਾ ਅਲਾਟ ਕਰ ਸਕੂਗੀ, ਨਾ ਆਕਸ਼ਨ ਕਰ ਸਕੂਗੀ, ਜਿੰਨੀ ਦੇਰ ਤੱਕ ਉੱਤੇ ਇਹ ਬੇਸਿਕ ਜਿਹੜੀਆਂ ਫੈਸਿਲਿਟੀਜ਼ ਨੇ, ਰੋਡਸ, ਪਾਣੀ, ਸੀਵਰੇਜ, ਲਾਈਟ ਸਿਸਟਮ, ਪਾਰਕਿੰਗ ਵੀ ਇਸ ਉੱਥੇ ਮੁਹੱਈਆ ਨਹੀਂ ਕਰਾਈਆਂ ਜਾਂਦੀਆਂ। ਪਰ ਇਸ ਜਜਮੈਂਟ ਦੀ ਜੇ ਗਵਰਨਮੈਂਟ ਦੇ ਅਦਾਰੇ ਹੀ ਖੁਦ ਵਾਇਓਲੇਸ਼ਨ ਕਰੀ ਜਾਣ ਤੇ ਅਸੀਂ ਪ੍ਰਾਈਵੇਟ ਡਿਵੈਲਪਰਾਂ ਤੋਂ ਕੀ ਆਸ ਰੱਖਾਂਗੇ। ਸਹੀ ਆ। ਤੇ ਨੈਕਸਟ ਕੁਐਸਚਨ ਮੇਰਾ ਇਹ ਹੈਗਾ ਕਿ ਰੇਰਾ ਆ, ਰੇਰਾ ਦੇ ਕੋਲ ਕੋਈ ਵੀ ਕੰਪਲੇਨ ਜਦੋਂ ਜਾਂਦੀ ਆ, ਟਾਈਮ ਲਿਮਿਟ ਹੈ ਕੋਈ ਇਹਦੀ? ਹਾਂ ਮੈਡਮ, ਸੈਕਸ਼ਨ 29(4) ਹੈ ਰੇਰਾ ਐਕਟ ਦੀ, ਉਹਦੇ 29 ਸਬ ਕਲਾਸ 4 ਉਹਦੇ ਤਹਿਤ ਇਹਨਾਂ ਨੂੰ ਪਾਬੰਦ ਕੀਤਾ ਗਿਆ ਹੈ ਵੀ 60 ਦਿਨਾਂ ਦੇ ਅੰਦਰ ਅੰਦਰ ਜਦੋਂ ਕੋਈ ਕੰਪਲੇਂਟ ਤੁਹਾਡੇ ਕੋਲ ਆ ਜਾਂਦੀ ਆ ਉਹਦਾ ਨਿਪਟਾਰਾ ਕਰਨਾ ਹੈ। ਪਰ ਤੁਸੀਂ ਮਤਲਬ ਮੈਨੂੰ ਬੜਾ ਅਫਸੋਸ ਹੈ ਇਹ ਕਹਿੰਦੇ ਹੋਏ ਵੀ 4 ਸਾਲ ਤੋਂ ਵੀ ਵੱਧ ਕੰਪਲੇਂਟਾਂ ਇਹਨਾਂ ਕੋਲੇ ਪੈਂਡਿੰਗ ਪਈਆਂ ਨੇ। ਕਾਰਨ ਉਹੀ ਵੀ ਅਕਾਊਂਟੇਬਿਲਟੀ ਕੋਈ ਨਹੀਂ, ਆਉਂਦੇ ਨੇ 11 ਵਜੇ ਆਪਣਾ ਘੰਟਾ ਲਾਇਆ ਤੇ ਉਸ ਤੋਂ ਬਾਅਦ ਆਪਣੇ ਘਰੋਂ ਕਰੀ। 2-2 ਸਾਲ ਤੱਕ ਤਾਂ ਸਾਡੀਆਂ ਪਈਆਂ ਹੋਈਆਂ ਨੇ। ਨਹੀਂ 4 ਸਾਲ ਦੀ ਵੀ ਮੈਂ ਆਈ ਕੈਨ ਸ਼ੋ ਯੂ। ਉਹ ਮੈਂ ਪੁੱਛਣ ਲੱਗੀ ਸੀ ਕਿ ਕਿੰਨੇ ਕੁ ਕੇਸਿਸ ਹੈਗੇ ਆ ਜਿਹੜੇ ਰੇਰਾ ਨੇ ਰਿਜ਼ੋਲਵ ਕੀਤੇ ਆ ਜਾਂ ਬਿਲਕੁਲ ਹੀ ਨਹੀਂ ਇਹਨਾਂ ਨੇ ਕੀਤੇ ਹੈਗੇ? ਉਹ ਤਾਂ ਮੈਡਮ ਤੁਸੀਂ ਰੇਰਾ ਵਾਲਿਆਂ ਤੋਂ ਪੁੱਛ ਸਕੋਗੇ। ਮੇਰੇ ਹਿਸਾਬ ਨਾਲ ਜਿਹੜੀ ਪ੍ਰੋਗਰੈਸ ਹੈ ਦੈਟ ਇਜ਼ ਆਲਮੋਸਟ ਨਿਲ। ਰੇਰਾ ਹੈਜ਼ ਬਿਕਮ ਏ ਟੁੱਥਲੈਸ ਟਾਈਗਰ। ਹੁਣ ਇਹਨਾਂ ਦਾ ਡਿਵੈਲਪਰਾਂ ਤੇ ਕੋਈ ਡਿਵੈਲਪਰਾਂ ਨੂੰ ਇਹਨਾਂ ਦਾ ਭੈ ਨਹੀਂ ਹੈਗਾ। ਜੇ ਕੋਈ ਆਰਡਰ ਹੋ ਵੀ ਜਾਂਦਾ ਹੈ ਉਸ ਤੋਂ ਬਾਅਦ ਅਪੀਲ 'ਚ ਚਲੇ ਜਾਂਦੇ ਨੇ। ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਰੇਰਾ ਦੇ ਰਾਹੀਂ ਕਿਸੇ ਨੂੰ ਕੋਈ ਪੇਮੈਂਟ ਹੋਈ ਵੀ ਹੋਊਗੀ, ਅਨਲੈਸ ਅਨਟਿਲ ਕਿਸੇ ਨੇ ਮਿਊਚੁਅਲ ਸੈਟਲਮੈਂਟ ਕਿਸੇ ਡਿਵੈਲਪਰ ਨੇ ਕਰ ਲਈ ਹੋਵੇ, ਵੱਖਰੀ ਗੱਲ ਹੈ ਵੀ ਡਿਊਰਿੰਗ ਦਾ ਪੈਂਡੈਂਸੀ ਆਫ ਦਾ ਕੇਸ। ਪਰ ਇਹ ਨਹੀਂ ਵੀ ਰੇਰਾ ਨੇ ਕਿਸੇ ਨੂੰ ਪੈਸੇ ਦਬਾਤੇ ਹੋਣ ਐਗਜ਼ੀਕਿਊਸ਼ਨ ਕਰਕੇ। ਆਈ ਡਾਊਟ ਇਟ। ਸਿੰਗਲਾ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦੀ ਆ, ਰੇਰਾ ਆ ਅਸੀਂ ਤਾਂ ਚਲੋ ਕੋਸ਼ਿਸ਼ ਕੀਤੀ ਸੀਗੀ ਵੌਇਸ ਆਫ ਪੰਜਾਬ ਦੀ ਟੀਮ ਨੇ, ਬਟ ਤੁਹਾਡੀ ਅਵੇਅਰਨੈਸ ਦੇ ਵਿੱਚ ਕੀ ਹੈਗਾ ਕਿ ਰੇਰਾ ਜਿਹੜੀ ਆਪਣੇ ਆਪ ਨੂੰ ਲੋਕਾਂ ਦੇ ਕੋਲ ਪਹੁੰਚਾਉਣ ਵਾਸਤੇ ਕਿ ਰੇਰਾ ਇੱਕ ਐਕਟ ਹੈਗੀ ਆ, ਕੀ ਕਰਦੀ ਆ? ਕੋਈ ਪ੍ਰਮੋਸ਼ਨ ਹੈਗੀ ਆ ਇਹਨਾਂ ਦੀ ਜਾਂ ਕਿਤੇ ਐਡਸ ਵਗੈਰਾ ਲਾਉਂਦੇ ਆ, ਕੀ ਕਰਦੇ ਆ, ਜਾਂ ਕੋਈ ਸੈਮੀਨਾਰਸ ਲਗਾਉਂਦੇ ਆ ਇਸ ਚੀਜ਼ ਬਾਰੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ? ਨਹੀਂ ਮੈਡਮ, ਇਹਨਾਂ ਨੇ ਰੇਰਾ ਵੱਲੋਂ ਕਦੇ ਕੋਈ ਇਹੋ ਜਿਹਾ ਉਦਮ ਨਹੀਂ ਚੁੱਕਿਆ ਗਿਆ। ਚਾਹੀਦਾ ਇਹ ਸੀ ਵੀ ਇਹ ਨਵਾਂ ਐਕਟ ਆਇਆ ਸੀ, ਇਹ ਡਿਸਟ੍ਰਿਕਟ ਲੈਵਲ ਤੇ ਇਹਨਾਂ ਨੂੰ ਸੈਮੀਨਾਰ ਕਰਕੇ ਅਖਬਾਰਾਂ 'ਚ ਐਡਵਰਟਾਈਜ਼ਮੈਂਟ ਦੇ ਕੇ ਲੋਕਾਂ ਨੂੰ ਜਾਗਰੂਕ ਕਰਾਉਣਾ ਚਾਹੀਦਾ ਸੀ, ਪਰ ਇਹਨਾਂ ਨੇ ਨਹੀਂ ਕਰਾਇਆ। ਰੈਦਰ ਮੈਂ ਤੁਹਾਨੂੰ ਇੱਕ ਬੜੀ ਜਿਉਂਦੀ ਜਾਗਦੀ ਮਿਸਾਲ ਦਿੰਦਾ। ਪਟਿਆਲੇ ਪੂਡਾ ਨੇ ਆਪ ਕਲੋਨੀ ਕੱਢੀ ਹੈ ਉਹ ਮੈਕਸ ਨਾਲ ਰਲ ਕੇ। ਉਹਦੇ ਵਿੱਚ ਤਕਰੀਬਨ 3000 ਬੰਦਿਆਂ ਦਾ ਸਟੇਕ ਇਨਵੋਲਵਡ ਹੈ। 3000 ਬੰਦੇ ਅਲਾਟੀ ਨੇ ਉਹਦੇ। 2003 ਤੋਂ ਉਹ ਜਿਹੜਾ ਪ੍ਰੋਜੈਕਟ ਹੈ ਲਮਕਦੀ ਅਵਸਥਾ 'ਚ ਚੱਲਿਆ ਆਉਂਦਾ ਹੈ। ਉਹਨਾਂ ਵਾਸਤੇ ਲਾਜ਼ਮੀ ਸੀ ਵੀ ਉਹ ਉਹਦੀ ਰਜਿਸਟ੍ਰੇਸ਼ਨ ਕਰਾਉਂਦੇ, ਕਿਉਂਕਿ ਔਨਗੋਇੰਗ ਪ੍ਰੋਜੈਕਟ ਹੈ, ਹਾਲੇ ਤੱਕ ਉਹਨਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਾਈ ਹੈਗੀ। ਰਜਿਸਟ੍ਰੇਸ਼ਨ ਨਾ ਕਰਾਉਣ ਦੇ ਕਾਰਨ ਪਿੱਛੇ ਜੇ ਇੱਕ ਸੁਪਰੀਮ ਕੋਰਟ ਦੀ ਜਜਮੈਂਟ ਆ ਗਈ ਵੀ ਜਿਹੜੇ ਪ੍ਰੋਜੈਕਟ ਰੇਰਾ ਕੋਲੇ ਰਜਿਸਟਰਡ ਨਹੀਂ ਹੈਗੇ ਉਹਨਾਂ ਦੇ ਖਿਲਾਫ ਰੇਰਾ ਕੰਪਲੇਂਟ ਨਹੀਂ ਸੁਣ ਸਕਦਾ। ਇਹ ਬੜੇ ਖੁਸ਼ ਹੋ ਗਏ ਰੇਰਾ ਅਥਾਰਟੀਜ਼ ਵੀ ਚਲੋ ਸਾਡਾ ਭਾਰ ਲੱਥ ਗਿਆ ਵੀ ਅਸੀਂ ਇਹ ਕੇਸ ਫਟਾਫਟ ਡਿਸਮਿਸ ਕਰ ਦਈਏ ਸੁਪਰੀਮ ਕੋਰਟ ਦੀ ਜਜਮੈਂਟ ਦਾ ਸਹਾਰਾ ਲੈ ਕੇ। ਅਸੀਂ ਇਹਦੇ ਬਾਰੇ ਇੱਕ ਚੀਫ ਇੰਜੀਨੀਅਰ ਸਨ ਉੱਥੋਂ ਅਲਾਟੀ ਸੀ ਬਿਜਲੀ ਬੋਰਡ ਦੇ, 1-2 ਬੰਦੇ ਹੋਰ ਸੀ। ਅਸੀਂ ਇਹਨਾਂ ਨੂੰ ਮੈਂ ਮੇਲ ਪਾ ਕੇ ਚੇਅਰਮੈਨ ਸਾਹਿਬ ਤੋਂ ਟਾਈਮ ਲੈਤਾ ਵੀ ਅਸੀਂ ਜਿੱਥੇ ਇਸ ਪ੍ਰੋਜੈਕਟ ਬਾਰੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਅਸੀਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਵੀ ਸਰ ਸੈਕਸ਼ਨ 3 ਦੇ ਮੁਤਾਬਕ ਔਨਗੋਇੰਗ ਪ੍ਰੋਜੈਕਟ ਸੀ, ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਸੀ। ਵੀ ਅੱਜ 2022 ਆ ਗਿਆ, 2010 ਦੀਆਂ ਅਲਾਟਮੈਂਟਾਂ ਨੇ, 12 ਸਾਲ ਹੋ ਗਏ, ਲੋਕ ਆਪਣੀ ਹਾਰਡ ਅਰਨਡ ਇਨਕਮ ਉਹਨਾਂ ਨੂੰ ਦੇਈ ਬੈਠੇ ਨੇ। ਅੱਜ ਤੱਕ ਉਹ ਸਿਰਫ 28% ਕੰਮ ਉੱਥੇ ਮੁਕੰਮਲ ਹੋਇਆ ਪੂਡਾ ਦੇ ਆਪਣੇ ਉਹਦੇ ਮੁਤਾਬਕ, ਰਿਪੋਰਟ ਦੇ ਮੁਤਾਬਕ। ਵੀ ਤੁਸੀਂ ਇਹਨਾਂ ਨੂੰ ਰਜਿਸਟਰਡ ਕਿਉਂ ਨਹੀਂ ਕਰਾਉਂਦੇ? ਉਹਨਾਂ ਦਾ ਚੇਅਰਮੈਨ ਸਾਹਿਬ ਦਾ ਜਵਾਬ ਸੀ ਵੀ ਜੀ ਇਹਨਾਂ ਕੋਲੇ ਸਟਾਫ ਦੀ ਘਾਟ ਹੈ ਤੇ ਸਟਾਫ ਇਲੈਕਸ਼ਨ 'ਚ ਬਿਜੀ ਹੈ। ਮਹਾ ਚੇਅਰਮੈਨ ਸਾਹਿਬ ਤੁਸੀਂ ਉਹਨਾਂ ਦਾ ਕਾਜ ਕਿਉਂ ਪਲੀਡ ਕਰਦੇ ਹੋ? ਇਹ ਉਹਨਾਂ ਦਾ ਕੰਮ ਹੈ ਸਟਾਫ ਕਿੱਥੋਂ ਲੈ ਕੇ ਆਉਣਾ, ਤੁਸੀਂ ਤਾਂ ਐਕਸ਼ਨ ਲੈਣਾ ਹੈ। ਉਹਨਾਂ ਦਾ ਅਗਲਾ ਉਹ ਸੀ ਕਹਿੰਦੇ ਜਦ ਮੇਰੀ ਕੰਪਲੇਂਟ ਕਰ ਲਓ। ਮੈਂ ਬੜਾ ਹੈਰਾਨ ਹੋਇਆ, ਮਹਾ ਚੇਅਰਮੈਨ ਸਾਹਿਬ ਜੇ ਅਸੀਂ ਕੰਪਲੇਂਟ ਕਰਨੀ ਹੁੰਦੀ ਜਾਂ ਫਿਰ ਤੁਹਾਡੇ ਕੋਲੇ ਆਉਂਦੇ ਕਿਉਂ? ਸੈਕੰਡਲੀ ਮੈਂ ਤੁਹਾਡੇ ਖਿਲਾਫ ਕੰਪਲੇਂਟ ਕਰਨ ਦੇ ਲਈ ਮੈਨੂੰ ਤੁਹਾਡੀ ਪਰਮਿਸ਼ਨ ਨਹੀਂ ਚਾਹੀਦੀ ਹੈਗੀ। ਸਹੀ ਆ। ਨਾਲੇ ਰਿਟਾਇਰਡ ਪਰਸਨ ਨੇ ਉਹ ਜਿਹੜੀ ਪਹਿਲਾਂ ਗੱਲ ਕੀਤੀ ਵੀ
ਰਿਟਾਇਰ ਲਗਾ ਰੱਖੇ ਨੇ, ਰਿਟਾਇਰ ਦਾ ਕੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਤੁਸੀਂ ਰੇਰਾ ਦੇ ਦਫ਼ਤਰ ਕਦੇ ਜਾ ਕੇ ਦੇਖ ਲਿਓ, ਮਤਲਬ ਆਫੀਸਰ ਕੈਜੂਅਲੀ ਆਉਂਦੇ ਨੇ, ਘੰਟਾ 2 ਘੰਟੇ ਕੰਮ ਕੀਤਾ ਤੇ ਆਪਣਾ। ਫਾਈਨਲ ਇਹ ਹੈਗਾ ਕਿ ਤੁਹਾਡੇ ਵੱਲੋਂ ਤੁਸੀਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ, ਇਹਦੇ ਬਾਰੇ ਕਿੱਦਾਂ ਤੁਸੀਂ ਪਬਲਿਕ ਨੂੰ ਕਿੱਦਾਂ ਅਵੇਅਰ ਕਰਨਾ ਚਾਹੁੰਦੇ ਆ ਕਿ ਜਿਹੜੀ ਇਹ ਆਪਾਂ ਮੈਸੇਜ ਕਵਾਂਗੇ ਜੋ ਗਵਰਨਮੈਂਟ ਵੱਲੋਂ ਇੱਕ ਇਹ ਜਿਹੜੀ ਐਕਟ ਬਣਾਈ ਸੀਗੀ ਉਹਦੇ ਉੱਤੇ ਜਿਹੜੇ ਅਹੁਦੇਦਾਰ ਬੈਠੇ ਹੈਗੇ ਆ ਤੇ ਕੁਰਸੀਆਂ ਮੱਲੀਆਂ ਆ, ਕੰਮ ਹੋ ਨਹੀਂ ਰਿਹਾ, ਤੇ ਉਹਦੇ ਬਾਰੇ ਤੁਸੀਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ? ਮੈਡਮ ਮੈਂ ਤਾਂ ਇਹੀ ਕਹੂੰ ਲੋਕਾਂ ਨੂੰ ਵੀ ਹੁਣ ਸਮਾਂ ਆ ਗਿਆ, ਆਪ ਜਾਗਣ ਦੀ ਲੋੜ ਹੈ। ਜੇ ਤੁਸੀਂ ਇਹਨਾਂ ਦੇ ਸਹਾਰੇ ਬੈਠੇ ਰਹੋਗੇ ਤਾਂ ਕੁਛ ਪੱਲੇ ਨਹੀਂ ਪੈਣਾ। ਲੋਕਾਂ ਨੂੰ ਆਪ ਜਾਗਰੂਕ ਹੋਣ ਦੀ ਲੋੜ ਹੈ। ਅਸੀਂ ਕੋਸ਼ਿਸ਼ ਕਰਾਂਗੇ। ਚੌਧਰੀ ਸਾਹਿਬ ਬਹੁਤ ਅੱਛਾ ਇਹਨਾਂ ਨੇ ਬੀੜਾ ਚੁੱਕਿਆ ਹੋਇਆ। ਅਸੀਂ ਡਿਸਟ੍ਰਿਕਟ ਲੈਵਲ ਤੱਕ ਲੋਕਾਂ ਨੂੰ ਵੀ ਜਾਗਰੂਕ ਕਰਾਂਗੇ ਵੀ ਨੰਬਰ 1 ਤੇ ਤਾਂ ਇਨਸ਼ੋਰ ਕਰੋ ਵੀ ਜਿਹੜੀਆਂ ਉੱਥੇ ਕਲੋਨੀਆਂ ਹਾਲੇ ਅਨਡਿਵੈਲਪਡ ਪਈਆਂ ਨੇ, ਜਿਨ੍ਹਾਂ ਨੇ ਕੰਪਲੀਸ਼ਨ ਸਰਟੀਫਿਕੇਟ ਨਹੀਂ ਲੈਤੇ ਤੇ ਰੇਰਾ ਕੋਲੇ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਾਈ, ਉਹਨਾਂ ਦੇ ਵਿਰੁੱਧ ਰੇਰਾ ਕੋਲੇ ਕੰਪਲੇਂਟਾਂ ਪਾਓ। ਮੈਂ ਆਪਣੀਆਂ ਸਰਵਿਸਿਜ਼ ਉਹਨਾਂ ਦੇ ਲਈ ਫ੍ਰੀ ਆਫਰ ਕਰਦਾ ਵੀ ਜਿਹੜੇ ਇਹੋ ਜਿਹੇ ਉਹ ਨੇ ਉਹ ਮੇਰੇ ਕੋਲੇ ਆਉਣ, ਮੈਂ ਬਿਨਾਂ ਕਿਸੇ ਫੀਸ ਤੋਂ ਉਹਨਾਂ ਦੇ ਕੰਪਲੇਂਟਾਂ ਰੇਰਾ ਕੋਲੇ ਦਾਇਰ ਕਰੂੰਗਾ। ਤੇ ਚੌਧਰੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਇੱਕ ਹੁਣ ਜੇ ਸਿੰਗਲਾ ਸਾਹਿਬ ਨੇ ਗੱਲ ਕੀ ਤੁਸੀਂ ਕੁਐਸਚਨ ਕੀਤਾ ਹੈ ਕਿ ਲੋਕਾਂ ਨੂੰ ਕਿਵੇਂ ਸਮਝਾਇਆ ਜਾਵੇ, ਇਹ ਗੱਲ ਇਹ ਬਹੁਤ ਵੱਡਾ ਇਹਦਾ ਆਨਸਰ ਵੀ ਬਹੁਤ ਵੱਡਾ ਜਿਹਾ ਕੁਐਸਚਨ ਦਿੱਤਾ, ਕਿਉਂਕਿ ਨਾ ਲੋਕਾਂ ਨੂੰ ਅਸੀਂ ਕਹਿੰਦੇ ਕਿ ਜਾਗਰੂਕ ਹੋਵੋ, ਉਹਨਾਂ ਨੂੰ ਇਹ ਨਹੀਂ ਪਤਾ ਕਿ ਜਾਗਰੂਕ ਕਿਵੇਂ ਹੋਈਏ। ਉਹਨਾਂ ਦਾ ਰੇਰਾ ਨੰਬਰ ਜਿਵੇਂ ਪਹਿਲਾਂ ਦੱਸਿਆ ਕਿ ਰੇਰਾ ਨੰਬਰ ਲੱਗਿਆ ਹੈ, ਰੇਰਾ ਨੰਬਰ ਦੇਖ ਲਿਆ, ਉਹ ਕਹਿੰਦੇ ਓਕੇ, ਅਗਰ ਸਰਚ ਵੀ ਕਰਨਗੇ ਉਹ ਪ੍ਰੋਜੈਕਟ ਦਿਖਾ ਦੇਣਗੇ ਹਾਂਜੀ ਰੇਰਾ ਨੰਬਰ ਇਹ ਹੈ। ਲੇਕਿਨ ਉਹਨਾਂ ਨੂੰ ਥੋੜ੍ਹਾ ਜਿਹਾ ਮੈਂ ਇੱਕ ਵਾਰੀ ਬਾਇਰਸ ਅੱਗੇ ਇਹ ਵੀ ਰਿਕੁਐਸਟ ਕੀਤੀ ਸੀ ਵਾਰ-ਵਾਰ, ਹਰ ਇੰਟਰਵਿਊ 'ਚ ਮੈਂ ਗੱਲ ਕਹਿਣਾ ਕਿ ਜਦੋਂ ਵੀ ਤੁਸੀਂ 50-70 ਲੱਖ ਕਰੋੜ ਰੁਪਏ ਲਗਾਉਣ ਲੱਗਦੇ ਹੋ 2-3 ਹਜ਼ਾਰ ਰੁਪਏ ਐਡਵੋਕੇਟ ਨੂੰ ਦੇ ਦਿਆ ਕਰੋ। ਐਡਵੋਕੇਟ ਨੂੰ ਉਹ ਆਪਦੇ ਸਾਰਾ, ਜੇਕਰ ਉਹ ਇੰਨੀ ਕੁ ਮਿਹਨਤ ਕਰੇਗਾ, ਉਹ ਆਪਦਾ ਜਿਹੜਾ ਰੇਰਾ ਦਾ ਪ੍ਰੋਜੈਕਟ ਹੈ, ਰੇਰਾ ਪੰਜਾਬ ਦਾ ਪ੍ਰੋਜੈਕਟ ਹੈ, ਆਪਣਾ ਐਕਟ ਹੈ, ਉਹਨੂੰ ਥੋੜ੍ਹਾ ਜਿਹਾ ਪੜ੍ਹ ਸਕਦਾ, ਉਹਦੇ 'ਚੋਂ ਕੁਛ 4 ਕੁਐਸਚਨ ਕਰੇਗਾ ਬਿਲਡਰ ਨੂੰ। ਜਦੋਂ ਡਿਵੈਲਪਰ ਜਾਂ ਬਿਲਡਰ ਨੂੰ ਕੋਈ 4 ਕੁਐਸਚਨ ਐਡਵੋਕੇਟ ਪੁੱਛੇਗਾ ਤਾਂ ਉਹ ਥੋੜ੍ਹਾ ਜਿਹਾ ਅੱਗੇ ਤੋਂ ਬਿਲਡਰ ਵੀ ਸਮਝੇਗਾ ਵੀ ਹੁਣ ਜਿਹੜੇ ਨੇ ਸਾਨੂੰ ਕੁਐਸਚਨ ਕਰਨ ਲੱਗ ਪਏ, ਜਦ ਕਿ ਅਸਲ ਦੇ ਵਿੱਚ ਰੇਰਾ ਉਹਨਾਂ ਲੋਕਾਂ ਨੂੰ ਨਹੀਂ ਪਤਾ। ਉਹ ਤਾਂ ਜਾਂਦੇ ਨੇ ਵੀ ਆ ਫੜ ਰੁਪਈਏ ਵਿੱਚ ਵਿਚੋਲੀਆ ਪਾਇਆ ਤੇ ਉਹਨਾਂ ਨੇ ਪੈਸੇ ਦਿੱਤੇ ਤੇ ਆਪਦਾ ਕੰਮ ਕਰਾ ਬਣਾ, ਮਤਲਬ ਉਹ ਵੀ ਇਸ ਤੋਂ ਅਵੇਅਰ ਨਹੀਂ ਹੈਗੇ। ਲੇਕਿਨ ਲੋਕਾਂ ਨੂੰ ਅਵੇਅਰ ਹੋਣ ਵਾਸਤੇ ਇੱਕ ਐਡਵੋਕੇਟ ਜ਼ਰੂਰ ਕਰਨ। ਥੋੜ੍ਹਾ ਜਿਹਾ ਰੇਰਾ ਦੀਆਂ ਕਿਤਾਬਾਂ ਮਿਲਦੀਆਂ ਨੇ, ਜਦੋਂ ਅਸੀਂ 60-70 ਲੱਖ ਰੁਪਈਆ ਲਾਉਣ ਲੱਗੇ ਹਾਂ ਤਾਂ ਇੱਕ ਛੋਟੀ ਜਿਹੀ 50 ਪੰਨਿਆਂ ਦੀ 100 ਪੰਨਿਆਂ ਦੀ ਇੱਕ ਕਿਤਾਬ ਹੀ ਲੈ ਕੇ ਉਹਨੂੰ ਪੜ੍ਹਨਾ ਚਾਹੀਦਾ ਉਹਨਾਂ ਨੂੰ। ਉਹਦੇ ਵਿੱਚ ਕੀ ਕੁਛ ਹੋਈਦਾ ਉਹ ਜੇ ਕੁਐਸਚਨ ਕਰਨ, ਜਦੋਂ ਕੁਐਸਚਨ ਕਰਨਗੇ ਉਹ ਜੇ ਉਹ ਆਨਸਰ ਦੇ ਦੇਣਗੇ ਠੀਕ ਹੈ, ਪੇਪਰ ਦੇਖਣੇ ਨੇ। ਸੁਪਰੀਮ ਕੋਰਟ ਦੇ ਆਰਡਰ ਨੇ ਕਿ ਜਦੋਂ ਵੀ ਤੁਸੀਂ ਕੋਈ ਪ੍ਰੋਜੈਕਟ ਐਸਾ ਕੁਛ ਫਲੈਟ ਲੈ ਰਹੇ ਹੋ, ਪ੍ਰਾਪਰਟੀ ਲੈ ਰਹੇ ਹੋ, ਉਹਦੇ ਤੁਸੀਂ ਪੂਰੇ ਪੇਪਰ ਮੰਗ ਸਕਦੇ ਹੋ, ਉਹਦੀ ਰਜਿਸਟਰੀ ਮੰਗ ਸਕਦੇ ਹੋ, ਉਹਦੀ ਜ਼ਮੀਨ ਦੀ, ਉਹਦੀ CLU ਮੰਗ ਸਕਦੇ ਹੋ, ਉਹਦੇ ਨਕਸ਼ੇ ਮੰਗ ਸਕਦੇ ਹੋ, ਹਰ ਚੀਜ਼ ਮੰਗ ਸਕਦੇ ਹੋ। ਲਾਇਸੈਂਸ ਟੂ ਡਿਵੈਲਪ ਅ ਕਲੋਨੀ। ਤੁਸੀਂ ਇਹ ਸੋਚੋ 276 ਦੇ ਅਸੀਂ ਲਿਸਟ ਕੱਢੀ ਸੀ, ਜਿੰਦੇ 'ਚੋਂ ਸਿਰਫ 8 ਕੋਲ LDC ਹੈ। ਅਸੀਂ ਰੇਰਾ ਵਾਲਿਆਂ ਨੂੰ ਕਿਹਾ ਵੀ ਇਹਨਾਂ ਦਾ ਲਾਇਸੈਂਸ ਟੂ ਡਿਵੈਲਪ ਕਲੋਨੀ ਹੈ ਹੀ ਨਹੀਂ, ਤੁਹਾਡੇ ਕੋਲ ਕਾਗਜ਼ਾਂ 'ਚ ਹੈ ਹੀ ਨਹੀਂ। ਉਹਨਾਂ ਕੋਲ ਕੋਈ ਜਵਾਬ ਨਹੀਂ, ਰੇਰਾ ਨੰਬਰ ਹੀ ਨਹੀਂ ਮਿਲ ਸਕਦਾ ਉਸ ਨੂੰ ਜਿਹਦੇ ਕੋਲ LDC ਨਹੀਂ ਹੈ, ਲੇਕਿਨ ਉਹ ਨੰਬਰ ਦੇਈ ਜਾਂਦੇ ਆ। ਤਾਂ ਇਹ ਲੋਕ ਜਾਗਰੂਕ ਇਸ ਤਰੀਕੇ ਨਾਲ ਹੋ ਸਕਦੇ ਨੇ, ਵਕੀਲ ਕਰਨ ਆਪਦੇ ਤੇ ਜਾਂ ਫਿਰ ਕਿਤਾਬ ਪੜ੍ਹਨ ਤੇ ਉਹਨਾਂ ਕੋਲ ਕੁਐਸਚਨ ਕਰ ਦਿਓ, ਕਿਤਾਬ ਲੈ ਕੇ ਜਾਣ, ਹਾਂਜੀ ਆ 4 ਚੀਜ਼ਾਂ ਦਾ ਜਵਾਬ ਦਿਓ, ਕਿਤਾਬਾਂ ਰੱਖੋ ਉਹਨਾਂ ਅੱਗੇ। ਤਾਂ ਬਿਲਡਰ ਵੀ ਭੱਜੇਗਾ ਇਸ ਗੱਲ ਤੋਂ, ਫਿਰ ਉਹ ਸੁਚੇਤ ਹੋਵੇਗਾ ਔਰ ਬਿਲਡਰ ਵੀ ਨਕਲੀ ਕੰਮ ਫਿਰ ਨਹੀਂ ਕਰੇਗਾ। ਇਸ ਤਰੀਕੇ ਨਾਲ ਜਾਗਰੂਕਤਾ ਹੋ ਸਕਦੀ। ਇੱਕ ਮੈਂ ਥੋੜ੍ਹੀ ਜਿਹੀ ਹੋਰ ਐਡ ਕਰਦਾ ਮੈਡਮ, ਜਿਵੇਂ ਗਵਰਨਮੈਂਟ ਆਫ ਇੰਡੀਆ ਨੇ ਗਰੀਬੀ ਹਟਾਓ ਦੇ ਪ੍ਰੋਗਰਾਮ ਚਲਾਏ ਸੀ, ਉਹੀ ਤੁਸੀਂ ਸ਼ੁਰੂ ਤੋਂ ਆਪਾਂ ਦੇਖਦੇ ਹੁੰਦੇ ਹਾਂ 47 ਤੋਂ ਗਰੀਬੀ ਨਹੀਂ ਹਟੀ ਹੈਗੀ, ਪਰ ਅਰਬਾਂ ਖਰਬਾਂ ਰੁਪਈਆ ਇਹਨਾਂ ਪ੍ਰੋਗਰਾਮਾਂ 'ਤੇ ਲੱਗ ਗਿਆ। ਜਦੋਂ ਵੀ ਸਰਵੇ ਹੁੰਦੇ ਨੇ ਗਰੀਬਾਂ ਦੀ ਗਿਣਤੀ ਹੈ ਜਿਹੜੀ ਵੱਧਦੀ ਜਾ ਰਹੀ ਹੈ, ਗਰੀਬੀ ਲਾਈਨ ਤੋਂ ਹੇਠਾਂ ਜਿਹੜੇ ਲੋਕਾਂ ਦੀ ਗਿਣਤੀ ਆ ਵੱਧਦੀ ਜਾਂਦੀ ਹੈ। ਉਹ ਪੈਸਾ ਕਿੱਥੇ ਗਿਆ? ਉਹ ਪੈਸਾ ਉਹਨਾਂ ਲੋਕਾਂ ਦੀ ਗਰੀਬੀ ਜ਼ਰੂਰ ਦੂਰ ਹੋ ਗਈ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਲੱਗੇ ਹੋਏ ਸੀ। ਸਹੀ ਆ। ਜਿਸ ਦੇਸ਼ ਦਾ ਪ੍ਰਾਈਮ ਮਿਨਿਸਟਰ ਕਹੇ ਵੀ ਜਦੋਂ 100 ਰੁਪਈਆ ਜੇ ਇੱਥੋਂ ਚੱਲਦਾ ਹੈ ਤਾਂ ਲੋਕਾਂ ਤੱਕ ਤਾਂ 50 ਰੁਪਈਏ ਵੀ ਨਹੀਂ ਪਹੁੰਚਦੇ ਹੈਗੇ, ਤੇ ਮੈਂ ਕਹਿੰਦਾ ਫਿਰ ਇਦੋਂ ਵੱਡੀ ਇਨਐਫੀਸ਼ੀਐਂਸੀ ਵਾਲੀ ਗੱਲ ਹੈ ਜਿਹੜੀ ਕੋਈ ਨਹੀਂ ਹੋਊਗੀ। ਤੇ ਬੜੇ ਪ੍ਰਾਊਡ ਨਾਲ ਇਹ ਕਹਿੰਦੇ ਨੇ। ਰਾਜੀਵ ਗਾਂਧੀ ਨੇ 15% ਕਿਹਾ ਸੀ, ਰਾਜੀਵ ਗਾਂਧੀ ਦੇ ਕਹਿੰਦੇ 15 ਹੀ ਪਹੁੰਚਦਾ। ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਇਸ ਲੋਕਾਂ ਦੀ ਨਾ ਜੀ ਫੇਟ ਕੀ ਹੋਊਗੀ। ਮੈਂ ਤਾਂ ਮਤਲਬ ਬੜਾ ਇੱਕ ਉਹ ਕਹਿਣਾ ਹੁੰਦਾ ਵੀ ਬੇਹਿੰਮਤੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਤੇ, ਉੱਠਣ ਵਾਲੇ ਉੱਗਣ ਵਾਲੇ ਉੱਗ ਪੈਂਦੇ ਨੇ, ਪਾੜ ਕੇ ਸੀਨਾ ਪੱਥਰਾਂ ਦੇ। ਮੰਜ਼ਿਲ ਤੇ ਤਖਤੀ ਲੱਗਦੀ ਆ ਉਹਨਾਂ ਦੀ,
ਜਿਹੜੇ ਘਰੋਂ ਬਣਾ ਕੇ ਚੱਲਦੇ ਨੇ ਨਕਸ਼ਾ ਆਪਣੇ ਪਿੰਡ ਦਾ। ਸਹੀ ਆ ਵੀ ਇਹ ਤਾਂ ਆਪ ਹਿੰਮਤ ਕਰਨੀ ਪਊ, ਜੇ ਆਪਣੇ ਮੁਕੱਦਰ ਨੂੰ ਕੋਸੀ ਜਾਵਾਂਗੇ, ਜੇ ਇਹਨਾਂ ਰੇਰਾ ਅਥਾਰਟੀ ਵਾਲਿਆਂ ਦੇ ਸਿਰ ਤੇ ਬੈਠੇ ਰਹਾਂਗੇ ਵੀ ਸ਼ਾਇਦ ਸਾਡਾ ਇੰਟਰਸਟ ਇਹ ਬਾਅਦ 'ਚ ਕਰ ਦੇਣ, ਤਾਂ ਸਾਡੇ ਪੱਲੇ ਨਹੀਂ ਕੁਝ ਪੈਣਾ। ਤੁਹਾਡਾ ਮਤਲਬ ਇਹ ਕਹਿੰਦਾ ਹੈਗਾ ਕਿ ਪਬਲਿਕ ਨੂੰ ਖੁਦ ਵੀ ਖੁਦ aware ਹੋਣਾ ਜਾਗਰੂਕ ਪੈਣਾ ਹੋਣਾ ਆ, ਖੁਦ ਜਿਹੜੇ ਵੱਡੇ ਮਗਰਮੱਛ ਬੈਠੇ ਹੈਗੇ ਆ ਉਹਨਾਂ ਦੇ ਜੇ ਗੱਲ ਘੁੱਟਣੇ ਹੈਗੇ ਆ ਤਾਂ ਆਪ ਨੂੰ ਥੋੜਾ ਸਟਰੋਂਗ ਕਰਨਾ ਪੈਣਾ ਹੈ। ਤੁਸੀਂ ਆ ਜਿਉਂਦੀ ਜਾਗਦੀ ਮਿਸਾਲ ਹੈ ਜਿਹੜੀ ਹੁਣ ਚੇਂਜ ਆਈ ਹੈ, ਵੱਡੇ ਵੱਡੇ ਲੀਡਰਾਂ ਨੂੰ ਦੇਖੋ ਜਿਹੜੇ ਜੋਕਾਂ ਸੀ ਇੰਨੇ 9 ਪੈਨਸ਼ਨਾਂ, ਕੋਈ 13 ਪੈਨਸ਼ਨਾਂ ਲੈ ਰਿਹਾ ਹੈ। ਮੈਂ ਤਾਂ ਕੇਜਰੀਵਾਲ ਜੀ ਦਾ ਉਹ ਹਾਂ ਜਿਨ੍ਹਾਂ ਨੇ ਇੱਕ ਮਤਲਬ ਵੀ ਕ੍ਰਾਂਤੀ ਲਿਆਂਦੀ ਹੈ ਪੰਜਾਬ ਦੇ ਵਿੱਚ। ਇਹ ਕ੍ਰਾਂਤੀ ਸਾਰੇ ਦੇਸ਼ 'ਚ ਆਊਗੀ, ਇਹ ਇੱਥੇ ਸਟੇਟ ਤੱਕ ਨਹੀਂ ਲਿਮਟਿਡ ਰਹਿਣੀ ਹੈਗੀ। ਕਿੰਨੇ ਫੈਸਲੇ ਉਹਨਾਂ ਨੇ ਬੈਠਣ ਸਾਰੀ ਮਤਲਬ ਕਰਤੇ ਵੀ ਬਿਜਲੀ 300 ਯੂਨਿਟ ਫਰੀ। ਇਹੀ ਕਾਂਗਰਸੀ ਜਿਹੜੇ ਪਹਿਲਾਂ ਪੁੱਛਦੇ ਸੀ ਵੀ ਕਿਵੇਂ ਕਰ ਦੋਗੇ, ਪੈਸਾ ਕਿੱਥੋਂ ਲਿਆਉਂਗੇ, ਇਹੀ ਜਦੋਂ ਕੇਜਰੀਵਾਲ ਜੀ ਦੀਆਂ ਪਾਲਿਸੀਆਂ ਨੂੰ ਫਿਰ ਆਪਣੇ ਮੈਨੀਫੈਸਟੋ ਵਿੱਚ ਉਦੋਂ ਦੁੱਗਣਾ ਚੜਾ ਕੇ ਦੱਸਣ ਲੱਗ ਗਏ ਵੀ ਅਸੀਂ 2000 ਰੁਪਇਆ ਦੇਵਾਂਗੇ। ਵੀ ਤੁਸੀਂ ਹੁਣ 2000 ਪਹਿਲਾਂ 5 ਸਾਲ ਤੁਸੀਂ ਕਿੱਥੇ ਗਏ ਸੀ? ਜਦ ਦੇਸ਼ ਆਜ਼ਾਦ ਹੋਏ ਨੂੰ 70-75 ਸਾਲ ਹੋ ਗਏ, ਉਦੋਂ ਤੱਕ ਤੁਸੀਂ ਕਿੱਥੇ ਗਏ ਸੀ? ਇਹ ਸਾਰਾ ਪੈਸਾ ਮੈਂ RTI 'ਚ ਇਨਫੋਰਮੇਸ਼ਨ ਕਢਾਈ ਹੋਈ ਹੈ, ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ, ਇੱਕ ਮੁੱਖ ਮੰਤਰੀ ਦੀ ਪਤਨੀ ਤੇ 2.5-3 ਕਰੋੜ ਰੁਪਇਆ ਵਿਦੇਸ਼ੀ ਇਲਾਜ ਦਾ ਲਿਆ ਹੋਇਆ। ਇੱਥੇ ਕਿਸੇ ਨੂੰ ਚਲੇ ਜਾਓ, ਗਰੀਬ ਹੈ ਜਿਹੜਾ ਵਿਚਾਰਾ, ਉਹ 100 ਰੁਪਏ ਦੀ ਦਵਾਈ ਨਹੀਂ ਉਹਨੂੰ ਮਿਲਦੀ ਹੈਗੀ। ਜਿਹੜਾ ਲੋਕਾਂ 'ਚ ਇਹ ਇੱਕ ਕ੍ਰਾਂਤੀ ਆਈ ਹੈ, ਇਹ ਕ੍ਰਾਂਤੀ ਹੋਰ ਸਪਰੈਡ ਹੋਊਗੀ ਸਾਰੀਆਂ ਸਟੇਟਾਂ 'ਚ। ਉਹ ਦਿਨ ਦੂਰ ਨਹੀਂ ਜਦੋਂ ਮਤਲਬ ਇਹ ਕੋਈ ਨੈਸ਼ਨਲ ਲੈਵਲ ਦੀ ਪਾਰਟੀ ਬਣ ਕੇ ਉੱਭਰੂਗੀ ਤੇ ਲੋਕਾਂ ਨੂੰ ਕੋਈ ਰਾਹਤ ਮਹਿਸੂਸ ਹੋਊਗੀ। ਤੇ ਸਤਿੰਦਰ ਜੀ ਤੁਹਾਡੇ ਵੱਲ ਆਉਂਦੇ ਆ ਕਿਉਂਕਿ ਕਾਫੀ ਟਾਈਮ ਦੇ ਤੁਸੀਂ ਸਾਡੀਆਂ ਗੱਲਾਂ ਸੁਣੀ ਜਾਂਦੇ ਆ, ਹੁਣ ਤੁਹਾਡੇ ਵੱਲ ਆਉਂਦੇ ਆ। ਐਜ ਏ ਰੈਵਨਿਊ ਆਫਿਸਰ ਹੋਣ ਦੇ ਨਾਤੇ ਜਿਹੜੇ ਡਿਵੈਲਪਰਸ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਟਾਈਟਲ ਹੈਗਾ ਆ, ਤੇ ਜੇ ਲੋਕਾਂ ਨੂੰ ਇਨਕੁਆਇਰੀ ਕਰਨੀ ਹੋਵੇ ਕਿੱਦਾਂ ਉਹ ਪਤਾ ਕਰ ਸਕਦੇ ਕਿ ਇਹ ਜਿਹੜੀ ਟਾਈਟਲ ਸਹੀ ਹੈਗੇ ਆ? ਇਹ ਡਿਵੈਲਪਰ ਜਿਹੜੇ ਆਮ ਤੌਰ ਤੇ ਜਿਹੜੀ ਹੈ ਕਿਸੇ ਲੈਂਡਲੋਰਡ ਤੋਂ ਲੈਂਡ ਲੈ ਕੇ ਉਹਦਾ ਬਣਾਉਂਦੇ ਆ, ਚੰਗੀ ਕਲੋਨਾਈ ਦਾ ਅਪਰੂਵ ਕਰਾਉਂਦੇ ਰੇਰਾ ਤੋਂ। ਉਹਦੇ ਲਈ ਸੇਲ ਡੀਡ ਕਰਾਉਣੀ ਉਹਨਾਂ ਨੇ ਆਪਣੇ ਫੇਵਰ 'ਚ ਜ਼ਰੂਰੀ ਹੈ। ਕੋਈ ਵੀ 100 ਰੁਪੀਜ਼ ਤੋਂ ਉੱਪਰ ਪ੍ਰਾਪਰਟੀ ਹੈ that requires registration under section 54 of transfer of property act। ਸੇਲ ਪਹਿਲਾਂ ਆਪਣੇ ਨਾਲ ਸੇਲ ਟ੍ਰਾਂਸਫਰ, ਉਹ ਸੇਲ ਡੀਡ ਦੇਖਣੀ ਉਹ ਜ਼ਰੂਰੀ ਹੈ ਉਹਦੇ ਲਈ ਜਿਹੜਾ ਪਰਚੇਜ਼ ਕਰੇਗਾ। ਇੱਕੋ ਜਿਹੜਾ ਉਹਨੇ ਜਿਵੇਂ ਸਿੰਗਲਾ ਸਾਹਿਬ ਨੇ ਦੱਸਿਆ ਕਿ ਉਹ ਲਾਇਸੈਂਸ ਜਿਹੜਾ ਲਿਆ, ਕਿੰਨੇ ਪਲਾਟ ਦੇ ਕਿੰਨੇ ਫਲੈਟ ਬਣ ਰਹੇ, ਕਿੱਦਾਂ ਹੋਣ, ਸਾਰਾ ਨਕਸ਼ਾ ਉਹ ਦੇਖੇ। ਤੇ ਉਹਦੀ ਇੰਪਲੀਮੈਂਟੇਸ਼ਨ ਰੈਵਨਿਊ ਰਿਕਾਰਡ 'ਚ ਨਹੀਂ ਕਰਾਉਂਦੇ ਡਿਵੈਲਪਰ। ਦੈਟ ਇਜ਼ ਮੈਂਡੇਟਰੀ ਕਿ ਤਾਂ ਕਿ ਪਬਲਿਕ ਨੂੰ ਪਤਾ ਲੱਗੇ ਕਿ ਇੰਨੇ ਫਲੈਟ ਬਣਨਗੇ। ਕੋਈ ਰਸਤਾ ਜਿਹੜਾ ਹੈ, ਰਸਤੇ ਦੀ ਲੈਂਡ ਨਾ ਵੇਚ ਦੇਵੇ ਉਹ, ਕਿਉਂਕਿ ਰਸਤਾ ਤਾਂ ਉਹਨਾਂ ਦੇ ਨਾਂ 'ਤੇ ਰਿਕਾਰਡ ਰਹੇਗਾ ਕਿ ਜਿਹੜਾ ਨਕਸ਼ਾ ਉਹ ਜਿਹੜਾ ਵੀ ਉਹ ਪਾਸ ਕਰਾਉਂਦੇ ਆ, ਉਹ ਇੰਪਲੀਮੈਂਟ ਰੇਰਾ ਦੀ ਵੀ ਡਿਊਟੀ ਬਣਦੀ ਹੈ ਕਿ ਉਹਨੂੰ ਇੰਪਲੀਮੈਂਟ ਰੈਵਨਿਊ ਰਿਕਾਰਡ 'ਚ ਕਰਾਵੇ ਕਿ ਕਿਸੇ ਬੰਦੇ ਨਾਲ ਠੱਗੀ ਨਾ। ਕਈ ਬੰਦੇ ਆਪਣਾ ਰਸਤਾ ਹੀ ਵੇਚ ਜਾਂਦੇ ਆ। ਤੁਹਾਨੂੰ ਕੀ ਲੱਗਦਾ ਕਿ ਰੇਰਾ ਇਹ ਚੀਜ਼ਾਂ ਧਿਆਨ 'ਚ ਰੱਖੋਗੀ? ਕਿਉਂਕਿ ਰੇਰਾ ਨੇ ਤਾਂ ਜਿੱਥੇ ਤੱਕ ਲੱਗਦਾ ਕਿ ਅੱਜ ਤੱਕ ਕੋਈ ਰੇਰਾ ਦੀ ਡਿਊਟੀ ਬਣਦੀ ਹੈ ਜਦੋਂ ਪਾਸ ਕਰਦੀ ਹੈ ਉਹਨੂੰ ਰੈਵਨਿਊ ਰਿਕਾਰਡ 'ਚ ਇੰਪਲੀਮੈਂਟ ਕਰਾਵੇ। ਫਿਰ ਡਿਊਟੀ ਤਾਂ ਹੋਰ ਵੀ ਬਹੁਤ ਕੁਝ ਬਣਦੀਆਂ, ਅੱਜ ਤੱਕ ਤਾਂ ਕੋਈ ਡਿਊਟੀ ਨਹੀਂ ਸਹੀ। ਡੀਸੀ ਵੀ ਧਿਆਨ ਨਹੀਂ ਦਿੰਦੇ, ਪ੍ਰੋਬਲਮ ਇਹੀ ਹੈ। ਡੀਸੀ ਦੀ ਵੀ ਡਿਊਟੀ ਬਣਦੀ ਹੈ ਕਿ ਜਿਹੜਾ ਵੀ ਪ੍ਰੋਜੈਕਟ ਅਪਰੂਵ ਹੋ ਕੇ ਆਉਂਦਾ ਹੈ ਉਹਨੂੰ ਰੈਵਨਿਊ ਰਿਕਾਰਡ 'ਚ ਇੰਪਲੀਮੈਂਟ ਕਰੇ ਕਿ ਇਹਦੇ ਆ ਪ੍ਰੋਜੈਕਟ ਦੇ ਵਿੱਚ ਇੰਨੇ ਫਲੈਟ, ਇੰਨਾ ਕਮਰਸ਼ੀਅਲ ਏਰੀਆ, ਇੰਨਾ ਕੀ, ਤਾਂ ਇੰਨਾ ਰਸਤਾ ਜਿਹੜਾ ਕਾਮਨ ਏਰੀਆ ਹੈ ਉਹਦੀ ਵੀ ਰਜਿਸਟਰੀ ਜਿਹੜੀ ਹੈ ਸਾਰੇ ਜਿਹੜੇ ਅਲਾਟੀ ਹੈ ਉਹਨਾਂ ਦੇ ਨਾਲ ਜੁਆਇੰਟ ਹੋਣੀ ਚਾਹੀਦੀ। ਪਬਲਿਕ ਨੂੰ ਵੀ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਵੀ ਜੇ ਟਾਈਟਲ ਦੀ ਇਨਕੁਆਇਰੀ ਕਰਨੀ ਹੈ ਕਿੱਦਾਂ ਕਰ ਸਕਦੇ ਆ? ਟਾਈਟਲ ਦੀ ਇਨਕੁਆਇਰੀ ਪਹਿਲਾਂ ਤਾਂ ਉਹ ਦੇਖੇ ਕਿ ਜਿਹਦੇ ਕੋਲ ਉਹਨੇ ਪਰਚੇਜ਼ ਕੀਤੀ ਹੈ ਉਹ ਯਾਨੀ ਕਿ ਮਾਲਕ ਸੀ ਰਿਕਾਰਡ ਦੇ ਵਿੱਚ ਪਿਛਲਾ, ਉਹਨੂੰ ਦੇਖੇ ਕਿ ਕਿੱਥੋਂ ਆਈ, ਉਹਨੂੰ ਪਹਿਲਾਂ ਵੇਚਣ ਵਾਲੇ ਜਿਹੜੀ ਡਿਵੈਲਪਰ ਨੇ ਖਰੀਦੀ ਹੈ ਉਹਨੂੰ ਕਿਹਦੇ ਕੋਲ ਟਾਈਟਲ ਜਿਹੜੀ ਆਈ, ਜੇ ਉਹਨੇ ਪਰਚੇਜ਼ ਕੀਤੀ ਹੈ ਜਾਂ ਉਹਨੂੰ ਹੈਰੀਟੈਂਸ 'ਚ ਮਿਲੀ ਹੈ ਜਾਂ ਉਹਨੇ ਐਕਸਚੇਂਜ ਕਰੀ ਹੈ ਕਿਸੇ ਲੈਂਡ ਦੇ ਨਾਲ। ਬਿਲਕੁਲ ਇਹ ਚੀਜ਼ਾਂ ਸਾਰੀਆਂ ਉਹਦੀ ਡਿਊਟੀ ਬਣਦੀ ਹੈ ਪਰਚੇਜ਼ਰ ਦੀ ਅੰਡਰ ਸੈਕਸ਼ਨ 41 ਆਫ ਟ੍ਰਾਂਸਫਰ ਪ੍ਰੋਪਰਟੀ। ਇਹ ਇੱਕ ਬਹੁਤ ਵੱਡਾ ਫਰਾਡ ਹੋਇਆ ਜੀ ਜ਼ੀਰਕਪੁਰ 'ਚ, ਜਿਹੜਾ ਅਸੀਂ ਹੁਣ ਉਹਨੂੰ ਉਜਾਗਰ ਕਰ ਰਹੇ ਹਾਂ। ਸੁਸ਼ਮਾ ਦੇ ਜਿੰਨੇ ਵੀ ਪ੍ਰੋਜੈਕਟ ਨੇ, ਮੇਨ ਵੱਡੇ ਸੁਸ਼ਮਾ ਦੇ ਪ੍ਰੋਜੈਕਟ ਇੱਥੇ ਜ਼ਿਆਦਾ ਨੇ, ਉਹ ਇੱਕ
ਬਹੁਤ ਵੱਡੀ ਕੰਪਨੀ ਨੂੰ ਗਵਰਨਮੈਂਟ ਨੇ ਅਲਾਟ ਕੀਤੀ ਸੀ ਜ਼ਮੀਨ ਵੀ ਇੱਥੇ ਇੰਡਸਟਰੀ ਲਾਉਣ ਵਾਸਤੇ। ਉਹਨੇ ਕਿਹਾ ਸਾਨੂੰ ਇੰਨੀ, ਉਹ ਸ਼ਾਇਦ 1100 ਏਕੜ ਲੈਂਡ ਸੀ ਜਾਂ ਲਗਭਗ ਇੰਨੀ, ਵੀ ਉਹ ਸਾਨੂੰ ਦਿੱਤਾ। ਉਹ ਕਿਉਂਕਿ ਉਹ ਟਾਈਟਲ ਉਹਦੇ ਨਾਲ ਉੱਥੇ ਇੰਡਸਟਰੀ ਬਣਨੀ ਸੀ, ਇੰਡਸਟਰੀ ਦੀ ਉਹਨੇ ਕੱਟ-ਕੁੱਟ ਕੇ ਆਪੇ ਅੱਗੇ ਬਣਾ ਤੇ ਸੁਸ਼ਮਾ ਦੇ ਪ੍ਰੋਜੈਕਟ ਵੀ ਬਣ ਗਏ। ਲੇਕਿਨ ਉਹ ਹੁਣ ਹਾਈ ਕੋਰਟ 'ਚ ਵੀ ਗਿਆ ਸੀ ਇਹ ਮੈਟਰ, ਉਹ ਸੁਪਰੀਮ ਕੋਰਟ ਤੱਕ ਵੀ ਜਾਏਗਾ। ਉਹ ਬਹੁਤ ਵੱਡਾ ਲੋਕਾਂ ਨੂੰ ਪ੍ਰੋਬਲਮ ਆ ਸਕਦੀ ਹੋਵੇ ਇਸ ਤਰੀਕੇ ਦੇ ਟਾਈਟਲ। ਜਿਵੇਂ ਕਹਿ ਰਹੇ ਕਿ ਪਿੱਛੇ ਜੋ 30 ਸਾਲ ਅਸੀਂ ਕਹਿੰਦੇ ਹਾਂ, 30 ਸਾਲ ਪਹਿਲਾਂ ਕਹਿੰਦੀ ਸੀ 35 ਸਾਲ ਤੱਕ, ਅੱਜ ਕੱਲ੍ਹ ਪਹਿਲਾਂ 13 ਸਾਲ ਮੰਗਦੇ ਸੀ। ਆਫਟਰ ਐਵਰੀ ਸਬਸੀਕੁਐਂਟ 5 ਇਅਰਸ ਨਿਊ ਰੈਵਨਿਊ ਰਿਕਾਰਡ ਜਿਹੜੇ ਵੀ ਐਲੀਗੇਸ਼ਨ ਡਿਊਰਿੰਗ ਦੈਟ ਪੀਰੀਅਡ ਹੁੰਦੀ ਹੈ, ਉਹਦੀ ਇੰਪਲੀਮੈਂਟੇਸ਼ਨ ਹੁੰਦੀ ਹੈ, ਨਵੀਂ ਜਮ੍ਹਾਂਬੰਦੀ ਤਿਆਰ ਹੁੰਦੀ ਹੈ 5 ਸਾਲ ਬਾਅਦ। ਵੈਸੇ ਹੁਣ ਤਾਂ ਕੰਪਿਊਟਰਾਈਜ਼ ਹੋ ਗਿਆ, ਇਹ ਤਾਂ ਨਾਲ ਦੀ ਨਾਲ ਹੀ ਕਰੀ ਜਾਣਾ ਚਾਹੀਦਾ ਤੇ 5 ਸਾਲ ਵਾਲਾ ਵੀ ਖਤਮ ਕਰ ਦੇਣਾ। ਪਰ ਖੇਰਾ ਸਾਹਿਬ ਇੱਕ ਗੱਲ ਦੱਸੋ, ਹੋਰ ਮੈਂ ਵੀ ਇੱਕ ਆਪਾਂ ਚਰਚਾ ਹੀ ਚੱਲ ਪਈ ਵਾਲੀ, ਇੱਕ ਬਹੁਤ ਵੱਡਾ ਨੁਕਸਾਨ ਬੈਂਕ ਦੇ ਰਿਹਾ ਵਾਲਾ, ਜਿਹੜਾ ਰੈਵਨਿਊ ਰਿਕਾਰਡ ਜਿਹੜਾ ਵੀ ਆ ਗਿਆ। ਮੰਨ ਲਓ ਮੈਂ ਲੋਨ ਲੈ ਲਿਆ ਬੈਂਕ ਤੋਂ, ਤਾਂ ਬੈਂਕ ਦੀ ਕੀ ਗਰੰਟੀ ਇਹ ਨਹੀਂ ਬਣਦੀ ਕਿ ਉੱਥੇ ਜਾ ਕੇ ਚੜਵਾਵੇ। ਲੇਕਿਨ ਉਹਨਾਂ ਦੇ ਵਕੀਲ ਕਿਤਾਬ ਖੋਲ ਕੇ ਦਿਖਾ ਦਿੰਦੇ ਨੇ ਕਿ ਇਹ ਕੋਈ ਜ਼ਰੂਰੀ ਨਹੀਂ ਅਸੀਂ ਚੜਵਾਈਏ, ਅਸੀਂ ਨਹੀਂ ਚੜਾਉਂਦੇ। ਉਹ ਪਬਲਿਕ ਉਹ ਧੋਖਾ ਬਹੁਤ ਹੋ ਰਿਹਾ ਜਿਹੜਾ ਸਬਸੀਕੁਐਂਟ ਪਰਚੇਜ਼ਰ ਕੋਈ ਉਹ ਨਾ ਲੈ ਲੇ ਨਾ, ਉਹਦਾ ਟਾਈਟਲ ਤਾਂ ਉਹਨਾਂ ਦਾ ਠੀਕ ਹੈ, ਬੈਂਕ ਦਾ ਫਸਟ ਜਿਹੜਾ ਪਹਿਲਾਂ ਕਰ ਗਿਆ ਉਹਦਾ ਫਸਟ ਰਾਈਟ ਹੈ, ਚਾਹੇ ਉਹਨੇ ਨਹੀਂ ਐਂਟਰੀ, ਲੇਕਿਨ ਲੋਕਾਂ ਨੂੰ ਨਹੀਂ ਪਤਾ ਲੱਗਿਆ ਐਂਟਰੀ ਨਹੀਂ ਕਰਾਈ ਤਾਂ ਵੀ ਜਿਹੜੀ ਟ੍ਰਾਂਸਫਰ ਹੁੰਦੀ ਹੈ ਅਫੈਕਟ ਕਰਦੀ ਹੈ ਫਰੋਮ ਦਾ ਡੇਟ ਆਫ ਐਗਜ਼ੀਕਿਊਸ਼ਨ ਆਫ ਦਾ ਡੀਡ, ਨਾਟ ਫਰੋਮ ਦਾ ਡੇਟ ਆਫ ਐਂਟਰੀ ਆਫ ਮਿਊਟੇਸ਼ਨ। ਇਹ ਲਾਅ ਦੇ ਬੜੇ ਫਲਾਅ ਹੈ। ਜਿਆਦਾ ਕਈ ਬਿਲਡਰ ਕਰਦੇ ਦਾ ਪ੍ਰੋਬਲਮ ਇਹ ਹੈ ਕਿ ਸਬ ਰਜਿਸਟਰਾਰ ਕੋਈ ਰਜਿਸਟਰੀ ਦੀ ਕਾਪੀ ਨਾਲ ਦੀ ਨਾਲ ਪਟਵਾਰੀ ਕੋਲ ਨਹੀਂ ਜਾਂਦੀ, ਇਹ ਬੜੀ ਪ੍ਰੋਬਲਮ ਹੈ। ਇਹਦਾ ਨਾਲ ਦੀ ਨਾਲ ਚਾਹੀਦਾ ਹੈ ਕਿ ਉਸੇ ਦਿਨ ਜਿਸ ਦਿਨ ਰਜਿਸਟਰੀ ਹੁੰਦੀ ਹੈ ਉਸ ਦਿਨ ਹੀ ਉਹੀ ਪਟਵਾਰੀ ਜਿਹੜੇ ਪਿੰਡਾਂ ਦੀ ਰਜਿਸਟਰੀ ਹੁੰਦੀ ਹੈ ਉਹ ਸਾਰੇ ਪਟਵਾਰੀ ਬੁਲਾ ਕੇ ਰੱਖੇ, ਇਹ ਉਸੇ ਦਿਨ ਹੀ ਮੋਟੇਸ਼ਨ ਦਰਜ ਹੋ ਜਾਏ, ਇੰਪਲੀਮੈਂਟ ਹੋ ਜਾਏ। ਜਿਹੜਾ ਪਟਵਾਰੀ ਨੂੰ ਪਾਵਰ ਦੇ ਬਾਅਦ ਚ ਬੰਦਾ ਫਿਰੂਗਾ ਉਹਦੇ ਕੋਲ, ਪਹਿਲਾਂ ਤਾਂ ਰਜਿਸਟਰੀ ਵੇਲੇ ਉਹਦੇ ਸਾਰੀ ਦਿਹਾੜੀ ਲੱਗ ਜਾਂਦੀ ਹੈ, ਫਿਰ ਪਟਵਾਰੀ ਕੋਲ ਜਾਊਗਾ, ਫਿਰ ਪਟਵਾਰੀ ਦੱਸੂਗਾ ਕਿ ਇੰਤਕਾਲ ਪਤਾ ਨਹੀਂ ਕਿਹੜੀ ਤਰੀਕ ਨੂੰ ਹੋਊਗਾ। ਇਹ ਬੰਦ ਕਰ ਦੇਣਾ ਚਾਹੀਦਾ। ਪਾਕਿਸਤਾਨ 'ਚ ਸੇਮ ਡੇ ਇੰਤਕਾਲ ਹੋ ਜਾਂਦਾ। ਅੱਛਾ ਜੀ, ਸੇਮ ਡੇ, ਉਸੇ ਦਿਨ ਰਜਿਸਟਰੀ, ਉਸੇ ਦਿਨ ਨਾਲ ਦੀ ਨਾਲ, ਜਦ ਉਸ ਵੇਲੇ ਸਾਰੇ ਹਾਜ਼ਰ ਹੈ, ਇਹਦੀ ਰਿਕੁਆਇਰਮੈਂਟ ਲੋੜ। ਬਲਕਿ ਮੈਂ ਤਾਂ ਕਹਿੰਦਾ ਸ਼ੇਅਰ ਡੀਡ 'ਚ ਗਵਾਹ ਦੀ ਵੀ ਲੋੜ ਨਹੀਂ। ਜਦ ਆਧਾਰ ਕਾਰਡ ਤੁਹਾਡਾ ਬਣ ਗਿਆ, ਸਰਕਾਰ ਨੇ ਲਿਖਦਾ ਆਇਡੈਂਟੀਟੀ ਪ੍ਰੂਫ ਤੇ ਪੈਨ ਕਾਰਡ ਹੈ ਤੁਹਾਡੇ ਕੋਲ, ਵੋਟਰ ਕਾਰਡ ਹੈ, ਇਹਦੀ ਸਫੀਸ਼ੀਐਂਟ, ਉਹਦੀ ਵੈਰੀਫਿਕੇਸ਼ਨ ਪਹਿਲਾਂ ਕਰਾ ਕੇ ਫਿਰ ਰਜਿਸਟਰੀ ਕਰੋ। ਬਲਕਿ 4 ਬੰਦੇ ਹੋਰ ਤੁਸੀਂ ਕਰੋਨਾ ਕ੍ਰੀਏਟ ਕਰਦੇ ਹੋ, ਉੱਥੇ 4 ਬੰਦੇ ਹੋਰ ਉਹੀ ਵਿਚੋਲੀਆ ਬਣਦੇ ਆ, ਨਾ ਤਹਿਸੀਲਦਾਰ ਦਾ ਬਦਨਾਮ ਲੈ ਜਾਂਦੇ ਆ ਥੱਲੇ। ਜਿਹੜਾ ਇੱਕ ਵਸੀਕਾ ਨੂੰ ਵੀ ਉੱਥੋਂ ਕੱਢ ਲੈਣੇ ਚਾਹੀਦੇ, 2 ਕਿਲੋਮੀਟਰ ਦੇ ਦੂਰ ਤਾਂ ਰਜਿਸਟਰੀ ਜਿਹਦੇ ਕੋਲ ਮਰਜ਼ੀ ਲਿਖਾਵੇ। ਲਾਅ 'ਚ ਤਾਂ ਕੁਛ ਨਹੀਂ ਲਿਖਿਆ, ਇਹ ਰੂਲ ਬਣਾ ਰੱਖਿਆ ਕਿ ਡੀਡ ਰਾਈਟਰ ਹੋਣਗੇ। ਵੀ ਕੀ ਕਰਨਾ ਡੀਡ ਰਾਈਟਰ, 3-3 ਹਜ਼ਾਰ ਰੁਪਇਆ 4-4 ਹਜ਼ਾਰ ਰੁਪਏ ਲੈ ਲੈਂਦੇ ਉਹਦਾ। ਹੁਣ ਤਾਂ ਕਰਤਾ ਜੀ, ਖੈਰ ਜੋ ਦੀ ਸਰਕਾਰ ਆਈ ਹੈ ਇਹ ਹੁਣ ਇਹਨਾਂ ਨੇ ਇਹ ਕਰਤਾ ਕਿ 500 ਤੋਂ ਬਾਅਦ ਇਹ 20 ਰੁਪਏ, ਇਹਦੇ 25 ਰੁਪਏ ਤੇ ਪੂਰੇ ਕਰਤੇ ਵੀ ਇਸ ਤੋਂ ਬਾਅਦ ਕੋਈ ਨਾ ਦਿਓ, ਅਗਰ ਮੰਗਦੇ ਤਾਂ ਸਾਨੂੰ ਸ਼ਿਕਾਇਤ ਕਰੋ। ਦੇਖੋ ਇਹ ਗੱਲਾਂ ਚੀਜ਼ਾਂ ਆਈਆਂ ਨੇ ਪਰਸੋਂ ਤੋਂ, ਇਹ ਵੀ 3-4 ਹਜ਼ਾਰ ਤੋਂ ਘੱਟ ਨਹੀਂ ਆਉਂਦਾ। ਮੈਂ ਮੇਰੀਆਂ ਮੇਡ ਦੀਆਂ ਉਹਦੀ ਰਾਮਗੜ੍ਹ ਰਜਿਸਟਰੀ ਮੈਂ ਆਪ ਕਰਵਾ ਕੇ ਆਇਆ ਉਹਦੇ ਨਾਲ। ਤੇ ਚੌਧਰੀ ਸਾਹਿਬ, ਸਿੰਗਲਾ ਸਾਹਿਬ ਤੇ ਸਤਿੰਦਰ ਜੀ, ਬਹੁਤ ਬਹੁਤ ਧੰਨਵਾਦ। ਉਮੀਦ ਕਰਦੀ ਹਾਂ ਕਿ ਅੱਜ ਦੇ ਐਪੀਸੋਡ ਦੇ ਵਿੱਚ ਦੋਸਤੋ ਤੁਹਾਨੂੰ ਬਹੁਤ ਹੀ ਵਧੀਆ ਇਨਫੋਰਮੇਸ਼ਨ ਮਿਲੀ ਹੋਊਗੀ। ਤੇ ਜੇਕਰ ਹੋਰ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਆ, ਸਕਰੀਨ ਦੇ ਥੱਲੇ ਜਿਹੜੇ ਨੰਬਰ ਆ ਰਹੇ ਆ ਉਹਨਾਂ ਤੇ ਡਾਇਲ ਕਰਕੇ ਜਾਂ ਸਾਨੂੰ ਈਮੇਲ ਕਰਕੇ ਤੇ WhatsApp ਤੇ ਮੈਸੇਜ ਭੇਜ ਕੇ ਹੋਰ ਵੀ ਇਨਕੁਆਇਰੀ ਜਿਹੜੀ ਆ ਲੈਣੀ ਹੈ ਤੇ ਲੈ ਸਕਦੇ ਹੋ। ਤੇ ਚੌਧਰੀ ਸਾਹਿਬ, ਸਿੰਗਲਾ ਸਾਹਿਬ ਤੇ ਸਤਿੰਦਰ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ, ਤੁਸੀਂ ਸਮਾਂ ਦਿੱਤਾ ਜੀ। ਤੇ ਦੋਸਤੋ ਅੱਜ ਦਾ ਐਪੀਸੋਡ ਜਿਹੜਾ ਸੀਗਾ ਸਪੈਸ਼ਲ ਔਨ ਰੇਰਾ ਤੇ ਅਸੀਂ ਕੀਤਾ ਸੀਗਾ। ਤੇ ਜੋ ਵੀ ਇਨਫੋਰਮੇਸ਼ਨ ਚੌਧਰੀ ਸਾਹਿਬ ਨੇ, ਸਿੰਗਲਾ ਸਾਹਿਬ ਨੇ ਤੇ ਸਤਿੰਦਰ ਜੀ ਨੇ ਦਿੱਤੀ ਆ, ਤੁਹਾਨੂੰ ਉਮੀਦ ਕਰਦੀ ਹਾਂ ਕਿ ਇਹਦੇ ਵਿੱਚ ਬਹੁਤ ਹੀ ਬੈਨੀਫਿਟ ਹੋਏ ਹੋਣਗੇ। ਅਗਰ ਜੇਕਰ ਕੋਈ ਵੀ ਕੁਐਰੀਜ਼ ਤੁਸੀਂ ਕਰਨੀ ਆ ਤੇ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਸਕਰੀਨ ਦੇ ਨੀਚੇ ਜਿਹੜੇ ਨੰਬਰ ਸਕਰੋਲ ਹੋ ਰਹੇ ਆ ਉਹਨਾਂ ਦੇ ਉੱਤੇ WhatsApp ਕਰਕੇ, ਕਾਲ ਕਰਕੇ ਸਾਡੇ ਨਾਲ ਕੰਟੈਕਟ ਕਰਕੇ ਅਗਰ ਤੁਹਾਨੂੰ ਚੌਧਰੀ ਸਾਹਿਬ ਦਾ ਜਾਂ ਸਿੰਗਲਾ ਸਾਹਿਬ ਦੇ ਨਾਲ ਤੇ ਜਾਂ ਸਤਿੰਦਰ ਜੀ ਦੇ ਨਾਲ ਗੱਲਬਾਤ ਕਰਨੀ ਆ ਤੇ ਉਹਨਾਂ ਦੀ ਇਨਫੋਰਮੇਸ਼ਨ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗੇ। ਇੱਦਾਂ ਦੇ ਹੋਰ ਵੀ ਪ੍ਰੋਗਰਾਮ ਦੇਖਣ ਵਾਸਤੇ ਜੁੜੇ ਰਹੋ। ਸਭ ਪੰਜਾਬ ਦੇ ਨਾਲ ਲੈਂਦੀਆਂ ਇਜਾਜ਼ਤ। ਸਤਿ ਸ਼੍ਰੀ ਅਕਾਲ ਦੋਸਤੋ।